ਦਰ ਸਾਰੀ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਦੁਨੀਆ ਦੇ ਦਰ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਸਗਲ द्वार को छाड़ के गयो तुहारो द्वार की लाज अस गोविंद दास तुहार। परम सत्कारयोग गुरां की साजी नवाजी साध संगत जी, ਅੰਮ੍ਰਿਤ ਵੇਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨ ਵਾਸਤੇ ਤੁਰਕੀ ਬਾਣੀ, ਕਾਲੀ ਬਾਣੀ, ਖਸਮ ਦੀ ਬਾਣੀ ਦੇ ਕਥਾ ਕੀਰਤਨ ਦਾ ਆਨੰਦ ਮਾਣਨ ਵਾਸਤੇ ਜੋ ਹਰ ਕਾ ਨਾਮ ਸਦਾ ਸੁਖਦਾਈ ਮਹਾਰਾਜ ਜੀ ਨੇ ਪ੍ਰਮਾਤਮਾ ਦਾ ਨਾਮ ਜਿਹੜਾ ਸਦਾ ਸੁਖਦਾਈ ਹੈ। ਕਿਹਨਾਂ ਵਾਸਤੇ ਜਾ ਕੋ ਸਿਮਰ ਅਜਾਮਲ ਉਧਰਿਓ ਗਨ ਕਾਹੂ ਗਤ ਪਾਈ। ਪੰਚਾਲੀ ਕੋ ਰਾਜ ਸਮੇਂ ਮੈਂ ਰਾਮ ਨਾਮ ਸ਼ੁੱਧ ਆਈ। ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਨਾਮ ਇੰਨਾ ਕੁ ਸੁਖਦਾਈ ਹੈ, ਜਿਹੜੀ ਉਹ ਗਨਕਾ ਦਾ ਉਦਾਹਰਨ ਕਰਿਆ, ਅਜਾਮਲ ਪਾਪੀ ਦਾ ਉਦਾਹਰ ਕਰਿਆ। ਕੋਈ ਮਨੁੱਖ ਐਸਾ ਹੋਊਗਾ ਜਿਹਨੂੰ ਇੱਕ ਇਲਾਕਾ ਜਾਣਦਾ ਹੋਊਗਾ, ਆਪਣਾ ਪਿੰਡ ਜਾਣਦਾ ਹੋਊਗਾ, ਮਹੱਲਾ ਜਾਣਦਾ ਹੋਊਗਾ। ਇੱਕ ਐਸਾ ਹੈ ਵੀ ਜਿਹਨੂੰ ਚਲੋ ਤਪੇ ਸ਼ਹਿਰ ਦੇ ਵਿੱਚ ਸਾਰੇ ਲੋਕ ਜਾਣਦੇ ਹੋਣਗੇ। ਕੋਈ ਮਨੁੱਖ ਐਸਾ ਵੀ ਹੋਊਗਾ ਜਿਹਨੂੰ ਚਲੋ ਇਹ ਕਹਿ ਲਓ ਵੀ ਜ਼ਿਲ੍ਹਾ ਜਾਣਦਾ ਹੋਊਗਾ। ਇੱਕ ਉਹ ਵੀ ਹੈ ਜਿਹਨੂੰ ਜ਼ਿਲ੍ਹੇ ਤੋਂ ਬਾਹਰ ਵੀ ਲੋਕ ਜਾਣਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਅਜਾਮਲ ਇਹੋ ਜਿਹਾ ਬੰਦਾ ਸੀ ਜਿਹਨੂੰ ਅਜਾਮਲ ਪਾਪੀ ਜਗ ਜਾਣੈ। ਹੈ ਬੰਦਾ ਪਾਪ ਕਰਨ ਵਾਲਾ ਸੀ, ਪਰ ਉਹਨੂੰ ਜਗਤ ਸਾਰਾ ਜਗ ਸੰਸਾਰ ਜਾਣਦਾ ਸੀ। ਅਜਾਮਲ ਪਾਪੀ ਜਗ ਜਾਣੈ, ਮਹਾਰਾਜ ਜੀ ਕਹਿੰਦੇ ਸਾਰਾ ਜਗ ਸੰਸਾਰ ਜਾਣਦਾ ਸੀ ਉਹਨੂੰ। ਪਰ ਜਦੋਂ ਪਰਮਾਤਮਾ ਦੀ ਨਜ਼ਰ ਹੋਈ, ਉਹਦੇ ਇਹੋ ਜਿਹੇ ਕਰਮ ਸਵੱਲੜੇ ਹੋਏ, ਉਹ ਰੱਬ ਦੇ ਨਾਲ ਜੁੜ ਗਿਆ ਅਤੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠਣ ਦਾ ਸਮਾਂ ਮਿਲ ਗਿਆ ਉਹਨੂੰ।
ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਕਹਿੰਦੇ ਇੱਕ ਵਾਰੀ ਆਪਣੇ ਪੁੱਤਰ ਦਾ ਨਾਂ ਲਿਆ ਸੀ ਕੇਵਲ, ਭਾਵੇਂ ਹੈ ਬੜਾ ਇਹੋ ਜਿਹਾ ਨਿਖਿੱਧ ਕਰਮ ਕਰਨ ਵਾਲਾ ਸੀ, ਤੇ ਰਾਜੇ ਨੇ ਰਾਜ ਭਾਗ ਵਿੱਚ ਰਹਿੰਦਾ ਹੋਇਆ ਜਦੋਂ ਰਾਜੇ ਨੂੰ ਪਤਾ ਲੱਗਿਆ ਬੇਸਵਾਗਾਮੀ ਹੈ, ਰਾਜੇ ਨੇ ਕੱਢ ਦਿੱਤਾ। ਬੇਸਵਾ ਨਾਲ ਸ਼ਾਦੀ ਹੋ ਗਈ, 7 ਪੁੱਤਰ ਹੋਏ ਘਰ ਦੇ ਵਿੱਚ। ਜਦੋਂ 7 ਪੁੱਤਰ ਹੋਏ, ਆਪਣੇ ਵੀ ਹੁੰਦਾ ਮਨ ਵਿੱਚ, ਜੇ ਘਰ ਵਿੱਚ ਪੁੱਤਰ ਪੈਦਾ ਹੋਵੇ ਆਪਾਂ ਪੁੱਛਦੇ ਹਾਂ ਰਿਸ਼ਤੇਦਾਰਾਂ ਤੋਂ ਇਹਦਾ ਨਾਂ ਕੀ ਰੱਖੀਏ। ਕੋਈ ਅਰਦਾਸ ਕਰਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਰੱਖਦਾ, ਆਪਣੇ ਉਹ ਪੁੱਤਰ ਦਾ ਨਾਂ ਰੱਖਦਾ। ਕੋਈ ਰਿਸ਼ਤੇਦਾਰਾਂ ਤੋਂ ਪੁੱਛ ਕੇ ਰੱਖਦਾ, ਕੋਈ ਕਿਸੇ ਤੋਂ ਪੁੱਛ ਕੇ ਰੱਖਦਾ ਹੈ। ਅਜਾਮਲ ਦੇ ਘਰ 7ਵਾਂ ਪੁੱਤਰ ਪੈਦਾ ਹੋਇਆ। ਉਹ ਕਹਿੰਦਾ ਇਹਦਾ ਨਾਂ ਹੀ ਕਿਸੇ ਸੰਤ ਤੋਂ ਰਖਾ ਲਓ, ਕਿਸੇ ਰੱਬ ਦੇ ਪਿਆਰੇ ਤੋਂ ਰਖਾ ਲਓ ਨਾਂ। ਜਦੋਂ ਕੋਈ ਫਕਰ ਤੁਰਿਆ ਜਾਂਦਾ ਸੀ, ਉਹਨੂੰ ਅਰਜ਼ ਕਰੀ ਮਹਾਂਪੁਰਖੋ ਸਾਡੇ ਘਰ ਪੁੱਤਰ ਪੈਦਾ ਹੋਇਆ, ਉਹਦਾ ਨਾਂ ਰੱਖਣਾ। ਪਤਾ ਸੀ ਉਹਨੂੰ ਇਹ ਅਜਾਮਲ ਹੈ, ਪਾਪੀ ਹੈ। ਬਿਸਵਾ ਦੇ ਨਾਲ ਵਿਆਹਿਆ, ਘਰ ਵਿੱਚ 7ਵਾਂ ਪੁੱਤਰ ਹੋਇਆ ਨੇ, ਕਿਤੇ ਪਰਮਾਤਮਾ ਦਾ ਨਾਮ ਤਾਂ ਲਿਆ ਹੀ ਨਹੀਂ ਹੈ। ਸਾਧੂ ਮਹਾਂਪੁਰਖਾਂ ਨੇ ਐਸੇ ਢੰਗ ਦੇ ਨਾਲ ਉਹਨੂੰ ਰੱਬ ਨਾਲ ਜੋੜਨ ਵਾਸਤੇ ਇੱਕ ਯਤਨ ਬਣਾ ਲਿਆ। ਉਹ ਕਹਿੰਦੇ ਆਪਣੇ 7ਵੇਂ ਪੁੱਤਰ ਦਾ ਨਾਂ ਰੱਖ ਲਾ ਨਾਰਾਇਣ। ਜਿਹੜਾ ਤੇਰਾ ਸਭ ਤੋਂ ਛੋਟਾ ਪੁੱਤਰ ਹੈ ਨਾ, ਹੁਣ ਪੈਦਾ ਹੋਇਆ, ਉਹਦਾ ਨਾਂ ਨਾਰਾਇਣ ਰੱਖ ਲਾ। ਤੇ ਸਭ ਤੋਂ ਛੋਟੇ ਨਾਲ ਮਾਤਾ ਪਿਤਾ ਦਾ ਕੁਦਰਤੀ ਪਿਆਰ ਹੁੰਦਾ। ਉਧਰੋਂ ਜਾਮਲ ਪਾਪੀ ਸੀ, ਜਿਹੜਾ ਜਿਹਨੂੰ ਸਾਰਾ ਜਗ ਸੰਸਾਰ ਜਾਣਦਾ ਸੀ। ਮਹਾਰਾਜ ਜੀ ਕਹਿੰਦੇ ਅੱਜ ਬਿਮਾਰ ਆਖਰੀ ਸੁਆਹਾਂ 'ਤੇ ਪਿਆ, ਮੰਜੇ ਉੱਤੇ ਪਿਆ, ਰੋਂਦਾ ਆਪਣੇ ਕਰਮਾਂ ਨੂੰ ਦੇਖ ਦੇਖ ਕੇ। ਕਹਿਣ ਲੱਗਿਆ ਹੁਣ ਪਰਮਾਤਮਾ ਦੇ ਘਰ ਦੇ ਵਿੱਚ ਮੈਨੂੰ ਲੇਖਾ ਦੇਣਾ ਪਊਗਾ ਜਾ ਕੇ। ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਬਖਤੇ ਖੀਰ ਪਰਮਾਤਮਾ ਦਾ ਨਾਂ ਲੈਣ ਵਾਲਾ ਨਹੀਂ ਸੀ। ਤੇ ਜਦੋਂ ਸਭ ਤੋਂ ਛੋਟੇ ਪੁੱਤਰ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਨਾਰਾਇਣ ਪੁੱਤਰ, ਦੇਖੋ ਨਾਲੇ ਸਿੱਧਾ ਨਹੀਂ ਉਹਨੇ ਕਿਹਾ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਨੇ ਆਪਣੇ ਪੁੱਤਰ ਨੂੰ ਹੀ ਆਵਾਜ਼ ਮਾਰੀ। ਗੁਰੂ ਜੀ ਕਹਿੰਦੇ ਪਰਮਾਤਮਾ ਦਾ ਨਾਮ ਵੀ ਨਾਰਾਇਣ ਹੈ, ਠਾਕਰ ਹੈ, ਬੀਠਲ ਹੈ, ਵਾਹਿਗੁਰੂ ਹੈ, ਰਾਮ ਹੈ, ਅੱਲਾ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਖੁਦਾਏ। ਕਹਿੰਦੇ ਰੱਬ ਦੇ ਨਾਂ ਵੀ ਨੇ। ਬਖਤੇ ਖੀਰ ਉਧਰ ਸਵਾਸ ਨਿਕਲ ਰਹੇ ਨੇ, ਉਧਰ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਉਹ ਨਾਰਾਇਣ ਪੁੱਤਰ, ਉਹ ਨਾਰਾਇਣ ਪੁੱਤਰ। ਨਾਰਾਇਣ ਨਾਰਾਇਣ ਕਰਦਿਆਂ ਉਹਦੀ ਜਾਨ ਨਿਕਲ ਗਈ। ਮਹਾਰਾਜ ਜੀ ਕਹਿੰਦੇ ਨਿਮਖ ਮਾਹੇ ਨਿਸਤਾਰਾ। 1 ਮਿੰਟ ਦੀ ਪਰਮਾਤਮਾ ਦਾ ਨਾਂ ਲਿਆ, ਉਹਦਾ ਭਲਾ ਹੋ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਜਦੋਂ ਪਰਮਾਤਮਾ ਦੇ ਨਾਲ ਮਨੁੱਖ ਜੁੜ ਜਾਂਦਾ, ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੀ ਗਏ ਕੀ ਲਾਜਸ ਗੋਬਿੰਦ ਦਾਸ ਤੁਹਾਰ। ਆਓ ਪਿਆਰ ਵਿੱਚ ਆਪਣੇ ਇਤਿਹਾਸ ਨਾਲ ਜੁੜੀਏ, ਜੋ ਸਾਡਾ ਗੌਰਵਮਈ ਇਤਿਹਾਸ ਹੈ। ਇਹ ਦੁਸਹਿਰੇ ਦੇ ਦਿਨ ਚੱਲ ਰਹੇ ਹਨ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਹਨਾਂ ਦਿਨਾਂ ਵਿੱਚ ਮਹਾਰਾਜ ਦੇ ਕਾਤਲਾਨਾ ਹਮਲਾ ਹੋ ਗਿਆ ਸੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਆਪਣਾ ਆਪ ਸਰੀਰ ਕਰਕੇ ਅਲੋਪ ਕਰ ਰਹੇ ਸੀ। ਆਓ ਕੁਝ ਕੁ ਇਤਿਹਾਸ ਦੇ ਵਿੱਚ ਝਾਤੀ ਮਾਰੀਏ। ਜਦੋਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚੇ, ਜੋ ਖਾਲਸੇ ਦਾ ਤਖਤ ਹੈ, ਤਖਤ ਸ਼੍ਰੀ ਦਮਦਮਾ ਸਾਹਿਬ, ਚੌਥਾ ਤਖਤ ਜਿਹਨੂੰ ਮਾਣ ਪ੍ਰਾਪਤ ਹੋਇਆ। ਇੱਥੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਾਂ ਦਰਸ਼ਨ ਕਰਦੇ ਹਾਂ। ਸਾਰੀ ਬੀੜ ਇਸ ਧਰਤੀ ਦੇ ਉੱਤੇ ਚਾਲਣ ਕਰੀਏ। ਦਮਦਮਾ ਸਾਹਿਬ ਕਿੰਨਾ ਕੁ ਸਮਾਂ ਲੱਗਿਆ ਸੀ? 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ। ਤੇ ਸਾਰੀ ਬਾਣੀ ਮਹਾਰਾਜ ਨੇ ਆਪਣੇ ਕੰਠ ਤੋਂ ਉਚਾਰਨ ਕਰੀਏ, ਕੋਈ ਪੋਥੀ ਨਹੀਂ ਦੇਖੀ। ਕਿਉਂਕਿ ਧੀਰ ਮੱਲੀਆਂ ਕੋਲੇ ਭੇਜਿਆ ਸੀ ਮਹਾਰਾਜ ਜੀ ਨੇ ਸਿੱਖਾਂ ਨੂੰ ਵੀ ਜਾਓ ਜਾ ਕੇ ਸਾਡੇ ਵੱਡੇ ਪੁਰਖਿਆਂ ਦੀ ਜਿਹੜੀ ਬਾਣੀ ਹੈ ਉਹ ਸਾਨੂੰ ਦੇ ਦਿਓ, ਅੱਗੇ ਅਸੀਂ ਪਾਠ ਕਰ ਲਾਂਗੇ, ਦਰਸ਼ਨ ਕਰ ਲਾਂਗੇ। ਉਹਨਾਂ ਨੇ ਜਵਾਬ ਦਿੱਤਾ ਜੇ ਤੁਹਾਡਾ ਗੁਰੂ ਪੂਰਾ ਹੈ ਉਹਨੂੰ ਕਹਿ ਦਿਓ ਆਪੇ ਬਾਣੀ ਆਪੀ ਰਚ ਲਵੇ। ਫਿਰ ਮਹਾਰਾਜ ਜੀ ਨੇ ਸਾਰੀ ਬਾਣੀ ਕੰਠ ਤੋਂ, ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਸਾਰੀ ਬਾਣੀ ਫਿਰ ਮਹਾਰਾਜ ਜੀ ਨੇ ਆਪ ਜਿਹੜੀ ਉਹ ਉਚਾਰਨ ਕਰੀ। ਇਹਨੂੰ ਫਿਰ ਇੰਨਾ ਕੁ ਸਮਾਂ ਲੱਗ ਗਿਆ। ਪਹਿਲੇ ਪਹਿਰ ਮਹਾਰਾਜ ਬਾਣੀ ਲਿਖਾਉਂਦੇ ਨੇ ਤੇ ਤੀਸਰੇ ਪਹਿਰ ਇਸੇ ਬਾਣੀ ਦੇ ਅਰਥ ਕਰਦੇ ਨੇ।
ਪਹਿਲਾ ਪਹਿਰ ਕਿਹੜਾ ਹੈ? 6 ਤੋਂ 9 ਵਜੇ ਤੱਕ। ਇਹ ਦਿਨ ਦਾ ਪਹਿਲਾ ਪਹਿਰ ਹੈ। ਹੁਣ ਦਿਨ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ, 6 ਵੱਜਣ ਵਾਲੇ ਨੇ। 6 ਤੋਂ 9 ਵਜੇ ਤੱਕ ਇਹ ਦਿਨ ਦਾ ਪਹਿਲਾ ਪਹਿਰ ਬਣਦਾ, ਫਿਰ ਦੂਜਾ, ਫਿਰ ਤੀਜਾ। 4 ਪਹਿਰ ਦਾ ਦਿਨ ਹੁੰਦਾ ਤੇ 4 ਪਹਿਰ ਦੀ ਰਾਤਰੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਤੀਸਰੇ ਪਹਿਰ ਫਿਰ ਮਹਾਰਾਜ ਜੀ ਇਸ ਬਾਣੀ ਦੇ ਅਰਥ ਕਰਕੇ ਸਮਝਾਉਂਦੇ ਨੇ। 50 ਸਿੱਖ ਲੱਗੇ ਹੋਏ ਸੀ ਮਹਾਰਾਜ ਦੇ ਨਾਲ, ਜਿਹਦੇ ਵਿੱਚ ਡੱਲਾ ਸਰਦਾਰ ਵੀ ਰੋਜ਼ ਆਉਂਦਾ। ਡੱਲਾ ਤੇ ਮੱਲਾ 2 ਭਰਾ ਨੇ। ਡੱਲੇ ਨੇ ਆ ਕੇ ਮਹਾਰਾਜ ਜੀ ਦੇ ਕੋਲੇ ਬੈਠਣਾ, ਬੜੇ ਆਨੰਦਮਈ ਬਚਨ ਕਰਨੇ। ਸੱਚੇ ਪਾਤਸ਼ਾਹ, ਜੇ ਤੁਸੀਂ ਮੈਨੂੰ ਇੱਕ ਵਾਰੀ ਚਮਕੌਰ ਦੀ ਗੜੀ ਵਿੱਚ ਯਾਦ ਕਰ ਲੈਂਦੇ ਨਾ, ਤਾਂ ਮੈਂ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਨਹੀਂ ਸੀ ਹੋਣ ਲੱਗਾ। ਮਹਾਰਾਜ ਕਹਿਣ ਲੱਗੇ, ਡੱਲਿਆ ਤੇਰੇ ਬਚਨ ਸੱਚ ਹੈ, ਪਰ ਇਹ ਹੋਣਾ ਸੀ। ਇਹ ਭਾਣਾ ਮੇਰੇ ਅਕਾਲ ਪੁਰਖ ਦਾ। ਚਲੋ, ਜੇ ਤੁਸੀਂ ਮੈਨੂੰ ਕਿਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਯਾਦ ਕਰ ਲੈਂਦੇ, ਮੈਂ ਉਹਨਾਂ ਰਾਜਿਆਂ ਨੂੰ ਮਿੱਟੀ ਵਾਂਗੂ ਮਲ ਕੇ ਰੱਖ ਦਿੰਦਾ। ਮਹਾਰਾਜ ਕਹਿਣ ਲੱਗੇ, ਡੱਲਿਆ ਤੇਰਾ ਪ੍ਰੇਮ ਸੱਚਾ ਹੈ, ਪਰ ਇਹ ਹੋਣਾ ਸੀ ਇਸੇ ਤਰ੍ਹਾਂ। ਕਿਉਂਕਿ ਆ ਮਾਲਵੇ ਦੀ ਧਰਤੀ ਨੂੰ ਫਿਰ ਕਿਵੇਂ ਭਾਗ ਲੱਗਦੇ? ਜੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਤੇ ਤਾਂ ਹੀ ਆਏ ਇਸ ਮਾਲਵੇ ਦੀ ਧਰਤੀ ਦੇ ਵਿੱਚ ਆ ਕੇ ਭਾਗ ਲਾਏ। ਤੇ ਤਾਂ ਹੀ ਤਾਂ ਫਿਰ ਮਾਤਾ ਗੁਜਰੀ ਜੀ ਨੇ ਕਿਹਾ ਸੀ, ਐਉਂ ਕਰੀ ਇਸ ਅਨੰਦਪੁਰੀ ਨੂੰ ਛੱਡ ਕੇ ਤੂੰ ਮਾਲਵੇ ਦੀ ਧਰਤੀ ਨੂੰ ਭਾਗ ਲਈ ਜਾ ਕੇ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹ ਜਿਹੜੀ ਮਾਇਆ ਸੀ ਸਾਰੀ ਸਰਸਾ ਦੇ ਵਿੱਚ ਬੀਜ ਦਿੱਤੀ, ਰੋੜ ਦਿੱਤੀ। ਤੇ ਬਚਦੀ ਜਿਹੜੀ ਉਹ ਕੁਛ ਕੁ ਮਾਇਆ ਸੀ ਜਿਹੜੀ ਮਾਤਾ ਗੁਜਰੀ ਜੀ ਕੋਲ ਰਹੀ। ਚਲੋ ਇਤਿਹਾਸ ਵੱਡਾ, ਇੱਧਰ ਨਾ ਜਾਈਏ ਆਪਾਂ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਮਾਤਾ ਜੀ ਦੇ ਇਹ ਬਚਨ ਸੀ ਡੱਲਿਆ ਵੀ ਉਸ ਮਾਲਵੇ ਦੀ ਧਰਤੀ ਨੂੰ ਵੀ ਭਾਗ ਲਾਉਣੇ। ਮੈਂ ਰਮਣੀਕ ਧਰਤੀ ਛੱਡ ਕੇ ਆਨੰਦਗੜ੍ਹ ਦਾ ਕਿਲ੍ਹਾ ਇੰਨਾ ਵਧੀਆ ਬਣਿਆ ਹੋਇਆ ਸੀ, ਪਹਾੜੀ ਦੇ ਉੱਤੇ ਸੀ। ਡੱਲਿਆ ਉਸ ਕਿਲ੍ਹੇ ਨੂੰ ਛੱਡ ਕੇ ਨਾ ਮੈਂ ਆਪਣੀ ਮਾਤਾ ਦੇ ਹੁਕਮ ਅਨੁਸਾਰ, ਮਾਤਾ ਨੇ ਮੇਰੀ ਨੇ ਕਿਹਾ ਸੀ, ਸੱਚੇ ਪਾਤਸ਼ਾਹ ਕਹਿਣ ਲੱਗੇ ਡੱਲੇ ਸਰਦਾਰ ਨੂੰ, ਕਹਿਣ ਲੱਗੇ ਜੀ ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਜੀ ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਤੁਰ ਪਏ ਮਾਲਵੇ ਨੂੰ, ਸਤਿਗੁਰੂ ਆਨੰਦਪੁਰੀ ਨੂੰ ਛੱਡ ਕੇ। ਫੇਰ ਇੱਥੇ ਆ ਕੇ ਮਹਾਰਾਜ ਜੀ ਨੇ ਭਾਗ ਲਾਏ। ਡੱਲੇ ਨੇ ਬੜਾ ਜਿਹੜਾ ਆਪਣਾ ਚਲੋ ਪ੍ਰੇਮ ਦਿਖਾਇਆ, ਸੱਚਾ ਪ੍ਰੇਮ ਸੀ। ਮਹਾਰਾਜ ਜੀ ਮੈਨੂੰ ਯਾਦ ਕਰ ਲੈਂਦੇ। ਇਸ ਤਰ੍ਹਾਂ ਕਰਦਿਆਂ ਫਿਰ ਸ਼ਾਮ ਦਾ ਵਕਤ ਹੋਇਆ। ਜਦੋਂ ਸ਼ਾਮ ਦਾ ਵਕਤ ਹੋ ਜਾਂਦਾ, ਡੱਲੇ ਨਾਲ ਮਹਾਰਾਜ ਜੀ ਉਹਦੇ ਖੇਤਾਂ ਵੱਲ ਚੱਲੇ ਜਾਂਦੇ ਨੇ। ਮਾਰੂ ਇਲਾਕਾ ਸੀ ਸਾਰਾ, ਇਹ ਕੁਛ ਨਹੀਂ ਸੀ ਹੁੰਦਾ। ਮਹਾਰਾਜ ਜੀ ਨੇ ਫਿਰ ਬੜੇ ਡੱਲੇ ਨੂੰ ਰੱਜ ਰੱਜ ਕੇ ਵਰ ਦਿੱਤੇ। ਦੇਖ ਡੱਲਿਆ ਤੇਰੇ ਕਿੰਨੇ ਵਧੀਆ ਖੇਤ ਨੇ। ਮਹਾਰਾਜ ਇਹ ਬਾਲੂ ਰੇਤਾ ਹੈ, ਜਿਹੜਾ ਉਹ ਟਿੱਬੇ ਨੇ, ਇੱਥੇ ਸਾਡੇ ਤਾਂ ਕੁਝ ਨਹੀਂ ਹੁੰਦਾ, ਛੋਲੇ ਖੰਡਿਆ ਦਿੰਦੇ ਆ ਤੇ ਉਹ ਮਾੜੇ ਮੋਟੇ ਹੋ ਜਾਂਦੇ ਨੇ। ਇਹਨਾਂ ਨਾਲ ਸਾਡਾ ਗੁਜ਼ਾਰਾ ਚੱਲਦਾ ਹੈ, ਟਾਈਮ ਪਾਸ। ਜਗ੍ਹਾ ਤਾਂ ਬਹੁਤ ਹੈ, ਜ਼ਮੀਨ ਬਹੁਤ ਹੈ, ਪਰ ਹੁੰਦਾ ਕੁਛ ਨਹੀਂ ਇੱਥੇ। ਮਹਾਰਾਜ ਕਹਿਣ ਲੱਗੇ, ਉਹ ਦੇਖ ਡੱਲਿਆ ਸਾਹਮਣੇ ਉਹ ਲੱਗਦਾ ਮੈਨੂੰ ਜਿਵੇਂ ਨਹਿਰਾਂ ਆਉਂਦੀਆਂ ਹੁੰਦੀਆਂ ਨੇ। ਮਹਾਰਾਜ ਕਹਿਣ ਲੱਗੇ, ਡੱਲੇ ਨੇ ਕਿਹਾ, ਮਹਾਰਾਜ ਇੱਥੇ ਕਿੱਥੇ ਨਹਿਰਾਂ, ਇੱਥੇ ਤਾਂ ਪਾਣੀ ਇੱਥੇ ਆਇਆ ਨਹੀਂ ਮਿਲਦਾ ਕਿਤੇ ਸਾਨੂੰ। ਪੀਣ ਜੋਗਰਾ ਪਾਣੀ ਮਿਲਦਾ ਉਹ ਵੀ ਵਧੀਆ ਨਹੀਂ ਹੈਗਾ, ਸਾਡੇ ਇਲਾਕੇ ਦਾ ਤਾਂ ਜਲ ਵੀ ਨਹੀਂ ਵਧੀਆ ਹੈ। ਮਹਾਰਾਜ ਕਹਿਣ ਲੱਗੇ, ਡੱਲਿਆ ਮੈਨੂੰ ਇਹ ਲੱਗਦਾ ਜਿਵੇਂ ਨਹਿਰਾਂ ਆਉਂਦੀਆਂ ਹੁੰਦੀਆਂ ਨੇ। ਨਹੀਂ ਸੱਚੇ ਪਾਤਸ਼ਾਹ ਇੱਥੇ ਕਿੱਥੇ। ਮਹਾਰਾਜ ਨੇ ਬੜੇ ਵਰ ਦਿੱਤੇ ਜਿਹੜੇ ਅੱਜ ਪੂਰੇ ਹੋ ਰਹੇ ਨੇ। ਸਭ ਤੋਂ ਪਹਿਲਾ ਵਰ ਪਤਾ ਕੀ ਦਿੱਤਾ ਸੀ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ? ਮਾਲੋ ਮਾਲ ਮਾਲਵਾ, ਮਾਲੋ
ਮਾਲ ਮਾਲਵਾ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ ਅੱਜ ਕਹਿੰਦੇ ਤੇਰਾ ਮਾਲਵਾ ਬੜਾ ਵਧੀਆ ਮਹਾਰਾਜ। ਕਿਹੜਾ ਵਧੀਆ ਮਾਲਵਾ? ਕਹਿੰਦੇ ਐਂ ਲੱਗਦਾ ਜਿਵੇਂ ਮੈਨੂੰ ਨਹਿਰਾਂ ਆਉਂਦੀਆਂ ਨੇ। ਨਹੀਂ ਮਹਾਰਾਜ। ਫਿਰ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ਼ਾਰਾ ਕਰਕੇ ਆਖਿਆ, ਡੱਲਿਆ ਮੈਨੂੰ ਐਂ ਲੱਗਦਾ ਜਿਵੇਂ ਖੇਤ ਤੇਰੇ ਬਾਹਲੇ ਅੰਬ ਹੀ ਅੰਬ ਲੱਗੇ ਪਏ ਹੁੰਦੇ ਨੇ। ਸੱਚੇ ਪਾਤਸ਼ਾਹ ਇੱਥੇ ਅੰਬ ਕਿੱਥੇ, ਇੱਥੇ ਤਾਂ ਅੱਕ ਤੇ ਢੱਕ ਤੇ ਪਲਾਹ, ਬਸ ਇਹੀ ਕੁਝ ਆ, ਹੋਰ ਤਾਂ ਕੁਛ ਹੈ ਨਹੀਂ ਇੱਥੇ। ਉਹ ਬਹੁਤੀ ਗਰਮੀ ਪੈਂਦੀ ਹੈ, ਬਾਲੂ ਰੇਤਾ ਹੈ, ਉਹ ਵੀ ਜਿਹੜੀ ਬਨਸਪਤੀ ਹੈ ਮਾੜੀ ਮੋਟੀ ਉਹ ਵੀ ਸੁੱਕ ਜਾਂਦੀ ਹੈ। ਜੰਗਲ 'ਚ ਜਿਹੜੇ ਜਾਨਵਰ ਰਹਿੰਦੇ ਨੇ ਇੱਥੇ ਖੇਤਾਂ ਦੇ ਵਿੱਚ ਟਿੱਬਿਆਂ ਦੇ ਉੱਤੇ, ਉਹ ਵੀ ਵਿਚਾਰੇ ਪਿਆਸੇ ਮਰ ਜਾਂਦੇ ਨੇ। ਸਾਡੇ ਤਾਂ ਕੁਛ ਵੀ ਨਹੀਂ ਹੈ। ਡੱਲਿਆ ਜੇ ਇੱਕ ਵਾਰੀ ਤੂੰ ਸਤ ਕਰਤਾਰ ਕਹਿ ਦਿੰਦਾ ਨਾ, ਇੱਕ ਵਾਰੀ ਤੂੰ ਬਚਨ ਮੰਨ ਲੈਂਦਾ, ਇਹ ਸਮਾਂ ਹੁਣੇ ਹੀ ਅਨੰਦਪੁਰ ਸਾਹਿਬ ਵਾਲਾ ਸਾਰਾ ਇੱਥੇ ਆ ਜਾਣਾ ਸੀ। ਡੱਲਿਆ ਆਊਗਾ ਤਾਂ ਜ਼ਰੂਰ, ਪਰ ਥੋੜਾ ਜਿਹਾ ਸਮਾਂ ਪਾ ਕੇ ਆਊਗਾ। ਅੱਜ ਕਿਹੜੀ ਚੀਜ਼ ਨਹੀਂ ਇਸ ਮਾਲਵੇ ਦੀ ਧਰਤੀ ਦੇ ਵਿੱਚ ਸਾਡੇ ਹੁੰਦੀ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬਰ ਸੀ। ਫਿਰ ਉਹ ਜਿੱਥੇ ਮਹਾਰਾਜ ਜੀ ਖੜੇ ਸਨ ਨਾ, ਗੁਰਦੁਆਰਾ ਟਿੱਬੀ ਸਾਹਿਬ, ਉੱਚੀ ਜਗ੍ਹਾ ਉੱਤੇ ਖੜ ਕੇ ਸਾਰਾ ਦਿਨ ਡੱਲੇ ਨਾਲ ਆਨੰਦ ਮਾਣਿਆ। ਖੇਤਾਂ ਦੇ ਵਿੱਚ ਮਹਾਰਾਜ ਜੀ ਨੇ, ਸ਼ਾਮ ਦਾ ਵਕਤ ਹੋਇਆ, ਮਹਾਰਾਜ ਜੀ ਆ ਗਏ। ਡੱਲਾ ਆਪਣੇ ਘਰ ਚੱਲਿਆ ਗਿਆ। ਮਹਾਰਾਜ ਜੀ ਜਿੱਥੇ ਅੱਜ ਤਖਤ ਸਾਹਿਬ ਬਣਿਆ ਨਾ, ਉੱਥੇ ਤੰਬੂ ਲੱਗਿਆ ਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਪਹਿਲਾਂ 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪਾਏ, ਫਿਰ 10ਵੇਂ ਨੇ ਪਾਏ, ਤੇ ਨਾਲ ਮਾਤਾ ਜੀ ਨੇ, ਤੇ ਨਾਲ ਹੋਰ ਕੁਝ ਕੁ ਪਿਆਰ ਵਾਲੇ ਸਿੱਖ ਨੇ। ਫਿਰ ਉਹ ਦਿੱਲੀ ਦਾ ਰਾਜਾ ਜੈ ਸਿੰਘ ਮਿਰਜ਼ਾ, ਜਿੱਥੇ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਬਣਿਆ, ਇਹ ਰਾਜੇ ਦੀ ਕੋਠੀ ਸੀ। ਉਹਦਾ ਬੰਗਲਾ ਬਣਿਆ ਹੋਇਆ ਸੀ, ਜਿੱਥੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ। ਜਦੋਂ ਮਹਾਰਾਜ ਜੀ ਉੱਥੇ ਸਰੀਰ ਛੱਡ ਗਏ, ਫਿਰ ਉਹਨੇ ਜਗ੍ਹਾ ਇਹ ਸਾਰੀ ਗੁਰੂ ਘਰ ਨੂੰ ਦੇ ਦਿੱਤੀ ਰਾਜੇ ਜੈ ਸਿੰਘ ਨੇ, ਵੀ ਇਹ ਅੱਜ ਤੋਂ ਗੁਰਦੁਆਰਾ ਸਾਹਿਬ ਇੱਥੇ ਬਣ ਜੇ, ਜਿਹਨੂੰ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਆਖਿਆ ਜਾਂਦਾ। ਰਾਜੇ ਦਾ ਬੰਗਲਾ ਸੀ, ਗੁਰੂ ਜੀ ਨੇ ਮੁਬਾਰਕ ਚਰਨ ਪਾਏ। ਅੱਜ ਉੱਥੇ ਰੌਣਕਾਂ ਲੱਗ ਗਈਆਂ। ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮਾਤਾ ਜੀ ਨੂੰ ਲੈ ਕੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਨੂੰ, ਮਾਤਾ ਜੀਤੋ ਜੀ ਤਾਂ ਪਹਿਲਾਂ ਚੜ੍ਹਾਈ ਕਰਕੇ ਸਨ ਅਨੰਦਪੁਰ ਸਾਹਿਬ ਦੀ ਧਰਤੀ ਤੇ। ਦੋਨੋਂ ਮਾਤਾ ਭਾਈ ਮਨੀ ਸਿੰਘ ਜੀ ਤੇ ਰਾਜਾ ਜੈ ਸਿੰਘ ਮਿਰਜ਼ਾ ਪੁੱਛਦੇ ਪਛਾਉਂਦੇ ਫਿਰ ਸਾਬੋ ਕੀ ਤਲਵੰਡੀ ਆ ਗਏ। ਇੱਥੋਂ ਦਰਬਾਰ ਸਜਿਆ ਮਹਾਰਾਜ ਜੀ ਦਾ, ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਖਤਾਂ ਤੇ ਬੈਠੇ ਨੇ। ਸੰਗਤ ਸਾਰੀ ਨਵੀਂ ਹੈ, ਪਰ ਹੈ ਬਹੁਤ ਜ਼ਿਆਦਾ ਸੰਗਤ। ਮਾਲਵੇ ਦੇ ਲੋਕ ਸਾਰੇ ਐ ਮਹਾਰਾਜ ਦੇ ਆਲੇ ਦੁਆਲੇ ਬੈਠੇ ਨੇ, ਦਰਸ਼ਨ ਕਰਦੇ ਨੇ। ਪੁਰਾਣਾ ਨਾ ਕੋਈ ਸਿੱਖ ਦਿੰਦਾ ਹੈ ਤੇ ਨਾ ਸੰਗਤ ਦਿੰਦੀ ਹੈ। ਮਾਤਾ ਜੀ ਨੇ ਆ ਕੇ ਮੱਥਾ ਟੇਕਿਆ, ਉਸ ਭਾਈ ਮਨੀ ਸਿੰਘ ਨੇ ਟੇਕਿਆ, ਰਾਜਾ ਜੈ ਸਿੰਘ ਮਿਰਜ਼ੇ ਨੇ ਮੱਥਾ ਟੇਕਿਆ। ਆ ਕੇ ਬੈਠ ਕੇ ਮਹਾਰਾਜ ਦੇ ਕੋਲ, ਤੇ ਮਾਤਾ ਜੀ ਖੜ ਗਈਆਂ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਆਲੇ ਦੁਆਲੇ ਦੇਖਦੀਆਂ ਨੇ। ਸੱਚੇ ਪਾਤਸ਼ਾਹ ਸੰਗਤ ਸਾਰੀ ਨਵੀਂ ਹੈ। ਨਾ ਤਾਂ ਸਾਡੇ ਮਾਤਾ ਜੀ ਦਿੰਦੇ ਨੇ, ਮਾਤਾ ਗੁਜਰੀ ਜੀ, ਤੇ ਨਾ 4 ਸਾਹਿਬਜ਼ਾਦਿਆਂ ਵਿੱਚੋਂ ਕੋਈ ਵੀ ਸਾਹਿਬਜ਼ਾਦਾ ਨਹੀਂ ਦਿੰਦਾ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਕੋਈ ਵੀ ਨਹੀਂ ਦਿੰਦੇ। ਹੁਣ ਤਾਂ ਉਹਨਾਂ ਨੇ ਜਵਾਨ ਹੋ ਜਾਣਾ ਸੀ, ਕਿੱਥੇ ਨੇ? ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ਼ਾਰਾ ਕਰਕੇ ਕਿਹਾ, ਬੈਠ ਜੋ, ਕੋਈ ਨਹੀਂ, ਦੱਸਦੇ ਆ। ਤੇ ਮਾਤਾ ਜੀ ਨੇ ਖੜ ਕੇ ਫਿਰ ਇਹ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਨੇ ਅਰਜ਼ ਕਰੀ, ਸੱਚੇ ਪਾਤਸ਼ਾਹ ਅੱਜ ਦੀਂਦੇ ਨੀ ਲਾਡਲੇ ਸਾਡੇ, ਉਹ ਲੱਗਦਾ ਭਾਣਾ ਬੀਤ ਗਿਆ। ਅੱਜ ਦੀਂਦੇ ਨੀ ਲਾਡਲੇ ਸਾਡੇ, ਲੱਗਦਾ ਭਾਣਾ ਬੀਤ ਗਿਆ। ਤੇਰੀ ਲਾਡਲੇ ਸਾਡੇ, ਲੱਗਦਾ ਭਾਣਾ ਬੀਤ ਗਿਆ। ਅੱਜ ਦੀਂਦੇ ਨੀ ਲਾਡਲੇ ਸਾਡੇ, ਉਹ ਲੱਗਦਾ ਭਾਣਾ ਬੀਤ ਗਿਆ। ਬੋਲੋ ਭਾਈ ਸਾਰੇ, ਲਾਡਲੇ ਸਾਡੇ
ਲਗਦਾ ਪਾਣਾ ਬੀਤ ਗਿਆ ਅੱਜ ਦੀ ਦੇ ਨੀ ਲਾਡਲੇ ਸਾਡੇ ਹੋ ਲਗਦਾ ਪਾਣਾ ਬੀਤ ਗਿਆ। ਮਹਾਰਾਜ ਜੀ ਕਹਿਣ ਲੱਗੇ ਹਾਂ ਉਹ ਤਾਂ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ ਸੀ ਤੁਸੀਂ ਵੀ ਨਾਲ ਸੀ ਤੇ ਉਸ ਵਕਤ ਸਾਰੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਤੇ ਉਸ ਵਕਤ ਆਪਣੇ ਪ੍ਰਾਣਾਂ ਤੋਂ ਪਿਆਰੇ ਸਿੱਖ ਸਾਰੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਛੱਡ ਕੇ ਤੁਹਾਨੂੰ ਪਤਾ ਸਾਰੇ ਆ ਗਏ ਸੀ। ਸਰਸਾ ਤਿੱਕਰ ਤੁਸੀਂ ਨਾਲ ਰਹੇ, ਉਦੋਂ ਤਿੱਕਰ ਦਾ ਇਤਿਹਾਸ ਤੁਹਾਨੂੰ ਸਭ ਪਤਾ ਹੈ। ਉਦੋਂ ਬਾਅਦ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਤੇ ਛੋਟੇ ਸਰਹੰਦ ਦੀ ਕੰਧ ਵਿੱਚ ਜਿਹੜੇ ਉਹ ਪਾਪੀਆਂ ਨੇ ਚਿਣ ਕੇ ਸ਼ਹੀਦ ਕਰ ਦਿੱਤੇ। ਤੇ ਉਸ ਵਕਤ ਤਾਂ ਬੜਾ ਸੁੰਦਰ ਪਰਿਵਾਰ ਸੀ, ਵੱਸਦਾ ਸੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਤੇ ਜਦੋਂ ਤੁਰੇ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਦੋਂ ਦੋ ਐ ਜਿਵੇਂ ਸੁੰਦਰ ਸੋਹਣੇ ਬਾਜ ਹੁੰਦੇ ਨੇ ਨਾ, ਸੋਹਣੇ ਹੰਸ ਹੁੰਦੇ ਨੇ, ਫਿਰ ਇਸ ਤਰ੍ਹਾਂ ਦੋ ਦੀਆਂ ਜੋੜੀਆਂ ਉੱਥੋਂ ਹੀ ਬਣ ਗਈਆਂ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਉਹ ਚੱਲਦਾ ਅਨੰਦਪੁਰ ਤੋਂ, ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਅਨੰਦਪੁਰ ਤੋਂ, ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਅਨੰਦਪੁਰ ਤੋਂ, ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਅਨੰਦਪੁਰ ਤੋਂ, ਸੁਨਹਿਰੀ ਜੋੜਾ ਚੱਲਦਾ ਅਨੰਦਪੁਰ ਤੋਂ, ਤੇਰੇ ਬਾਜਾਂ ਦਾ ਸੁਨਹਿਰੀ ਜੋੜਾ ਚੱਲਦਾ ਅਨੰਦਪੁਰ ਤੋਂ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ। ਚਲੋ ਕਹਿਣ ਤੋਂ ਭਾਵ ਫਿਰ ਇੱਥੇ ਮਾਤਾ ਜੀ ਨਾਲ ਭਾਈ ਮਨੀ ਸਿੰਘ ਦੇ ਨਾਲ ਇਹ ਵਿਚਾਰ ਹੋਈ ਤੇ ਉਧਰ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਹੇ ਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤ ਚਾਰ ਸੁਤ ਨਾ ਪੁੱਤਰ ਦਾ ਹੈ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਹਿੰਦੇ ਜੇ ਚਾਰ ਪੁੱਤਰ ਤੇਰੇ ਮੈਂ ਧਰਮ ਤੋਂ ਬਾਹਰ ਦਿੱਤੇ ਤਾਂ ਉਹ ਪੁੱਤਰ ਬਾਰ ਕੇ ਦੇਖ ਆ ਕਿੰਨੇ ਪੁੱਤਰ ਤੇਰੀ ਝੋਲੀ ਵਿੱਚ ਪਾ ਰਿਹਾ। ਮਾਤਾ ਸਾਹਿਬ ਕੌਰ ਜੀ ਨੂੰ ਕਹਿਣ ਲੱਗੇ। ਫਿਰ ਰਾਜਾ ਜੈ ਸਿੰਘ ਮਿਰਜ਼ਾ ਉੱਠਿਆ, ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਵੀ ਇੱਕ ਸ਼ੰਕਾ ਹੈ। ਮਹਾਰਾਜ ਕਹਿਣ ਲੱਗੇ ਦੱਸ। ਇੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨ ਜਿਹੜਾ ਉਹ ਸਰੂਪ ਲਿਖਿਆ ਜਾ ਚੁੱਕਿਆ ਸੀ। ਮਹਾਰਾਜ ਕਹਿਣ ਲੱਗੇ ਦੱਸ ਸੱਚੇ ਪਾਤਸ਼ਾਹ, ਮੇਰੇ ਘਰ ਦੇ ਵਿੱਚ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਗਏ ਦਿੱਲੀ ਦੇ ਵਿੱਚ, ਚੇਚਕ ਦੀ ਬਿਮਾਰੀ ਪਈ ਸੀ ਭਿਆਨਕ। ਮੇਰੇ ਘਰ ਗਏ ਮਹਾਰਾਜ ਜੀ, ਉੱਥੇ ਜਾ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ 8ਵੇਂ ਗੁਰੂ ਨੇ ਸਰੀਰ ਦਾ ਪਰਿਤਿਆਗ ਕਰਿਆ। ਜਦੋਂ ਦੁਨੀਆ ਦਾ ਭਲਾ ਬੜਾ ਕਰਿਆ ਮਹਾਰਾਜ ਜੀ ਨੇ, ਫਿਰ ਔਰੰਗਜ਼ੇਬ ਨੇ ਕਿਹਾ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਆ ਜਿਹੜਾ 7 ਸਾਲ ਤੇ 9 ਮਹੀਨਿਆਂ ਦਾ ਤੇ ਕੁਝ ਕੁ ਦਿਨਾਂ ਦਾ ਗੁਰੂ ਹੈ, ਉਹ ਤਖਤ ਤੇ ਬੈਠਾ ਗੁਰੂ ਹਰਕ੍ਰਿਸ਼ਨ ਉਹਦਾ ਨਾਮ ਹੈ, ਉਹਦੇ ਦਰਸ਼ਨ ਕਰਨੇ ਹੈ। ਫਿਰ ਉਸ ਵਕਤ ਗੁਰੂ ਜੀ ਨੇ ਕਿਹਾ ਸੀ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੇ ਦਰਸ਼ਨ ਕਰ ਰਿਹਾ। ਕਹਿੰਦੇ ਉਹ ਤਾਂ ਮਲੇਸ਼ ਹੈ, ਮੈਂ ਉਹਨੂੰ ਨਾ ਦਰਸ਼ਨ ਦੇਣੇ ਆ ਤੇ ਨਾ ਕਰਨੇ ਨੇ। ਸੱਚੇ ਪਾਤਸ਼ਾਹ ਫਿਰ ਜਦੋਂ ਧੱਕੇ ਨਾਲ ਆਉਣ ਲੱਗਿਆ, ਫਿਰ ਮਹਾਰਾਜ ਜੀ ਤਖਤ ਉੱਤੇ ਪੈ ਗਏ, ਚਿੱਟੀ ਚਾਦਰ ਲੈ ਕੇ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ ਤੇ ਜਾਂਦੇ ਜਾਂਦੇ 5 ਪੈਸੇ ਤੇ ਨਾਰੀਅਲ ਦੇ ਕੇ ਕਹਿ ਗਏ ਸੀ ਬਾਬਾ ਭਇਓ ਬਕਾਲੇ ਮਾਹੀ ਨੌਵਾਂ ਗੁਰੂ ਜਿਹੜਾ ਨਾ ਹੁਣ ਬਾਬੇ ਬਕਾਲੇ ਦੀ ਧਰਤੀ ਤੇ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਤੂੰ ਕੌਣ ਹੁੰਨਾ ਹੈ? ਓਏ ਗੁਰੂ ਨੂੰ ਆਪਣੇ ਘਰ ਲਿਜਾਣ ਵਾਲਾ, ਤੇਰੇ ਵਿੱਚ ਕੀ ਤਾਕਤ ਹੈ? ਨਾਲੇ ਤੂੰ ਗੁਰੂ ਨਾਲੋਂ ਵੱਡਾ ਥੋੜੀ ਹੈ। ਗੁਰੂ ਦਾ ਇਹ ਹੁਕਮ ਸੀ, ਉਹਨਾਂ ਨੇ ਸਰੀਰ ਦਾ ਪਰਿਤਿਆਗ ਹੀ ਉੱਥੇ ਕਰਨਾ ਸੀ। ਦਿੱਲੀ ਦਾ ਸਾਰੀ ਦਾ ਦੁੱਖ ਆਪਣੇ ਸਿਰ ਉੱਤੇ ਲੈ ਕੇ ਫਿਰ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ
ਦਿੱਲੀ ਵਿੱਚ ਜੋਤੀ ਜੋਤ ਸਮਾਏ। ਮਹਾਰਾਜ ਕਹਿਣ ਲੱਗੇ ਰਾਜਿਆ ਇਹ ਤੇਰਾ ਨਹੀਂ ਸੱਚੇ ਪਾਤਸ਼ਾਹ, ਇਹ ਸਾਰੀ ਜ਼ਿੰਦਗੀ ਮੈਥੋਂ ਭੁੱਲਣਾ ਨਹੀਂ ਹੈ, ਮੈਥੋਂ ਬੜੀ ਵੱਡੀ ਅਵੱਗਿਆ ਹੋ ਗਈ। ਮਹਾਰਾਜ ਕਹਿਣ ਲੱਗੇ ਫਿਰ ਕੀ ਚਾਹੁੰਦੇ ਸੱਚੇ ਪਾਤਸ਼ਾਹ, ਮੇਰੇ ਮਨ ਤੋਂ ਬੋਝ ਲਾ ਦਿਓ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਮਾਤਾ ਜੀ ਦੀ ਆਉਣ ਦੀ ਖੁਸ਼ੀ ਵਿੱਚ ਰਾਜੇ ਜੈ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨ ਸਰੂਪ ਲਿਖਿਆ ਗਿਆ। ਇਹ ਸਾਰਾ ਕੁਝ ਇਕੱਤਰ ਕਰਕੇ ਮਹਾਰਾਜ ਜੀ ਕਹਿਣ ਲੱਗਿਆ ਜਿੱਥੇ ਅਖੰਡ ਪਾਠ ਸਭ ਕਰਨਾ ਹੈ। ਅੱਜ ਬਹੁਤੇ ਲੋਕਾਂ ਨੇ ਦੱਸੋ ਅਖੰਡ ਪਾਠ ਦੀ ਮਰਜ਼ਾਦਾ ਕਿੱਥੋਂ ਸ਼ੁਰੂ ਹੋਈ? ਸਹਿਜ ਪਾਠ ਸਭ ਤੋਂ ਪਹਿਲਾਂ ਸਹਿਜ ਪਾਠ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਕੀਤੇ ਗਏ ਲਾਹੌਰ ਦੀ ਧਰਤੀ ਵਿੱਚ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਸਹਿਜ ਪਾਠ ਕਰਵਾਇਆ ਤੇ ਅਖੰਡ ਪਾਠ ਦੀ ਸਭ ਤੋਂ ਪਹਿਲੀ ਮਰਜ਼ਾਦਾ ਫਿਰ ਮਹਾਰਾਜ ਜੀ ਨੇ ਇਸ ਤਖਤ ਸਾਹਿਬ ਦੇ ਉੱਤੇ 25 ਸਿੱਖ ਲਾ ਕੇ 25 ਜਾਣੇ 25 ਗ੍ਰੰਥੀ ਲਾਏ। 26ਵੇਂ ਮਹਾਰਾਜ ਆਪ ਲੱਗੇ। 3 ਦਿਨ ਲਗਾਤਾਰ 48 ਘੰਟੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਦਰਵਾਜ਼ੇ ਅੱਗੇ ਖੜ ਕੇ ਪਹਿਰਾ ਦਿੱਤਾ। 3 ਦਿਨ ਮਹਾਰਾਜ ਜੀ ਖੜੇ ਰਹੇ, ਖੜ ਕੇ ਬਾਣੀ ਸੁਣਦੇ ਰਹੇ। ਪੈਰ ਵੀ ਸੁੱਜ ਗਏ। ਉੱਥੇ ਹੀ ਇੱਕ ਗਾਗਰ ਆਪਣੇ ਸੀਸ ਉੱਤੇ ਪਾਣੀ ਦੀ ਪਵਾ ਲੈਂਦੇ ਤੇ ਨਿਰੰਤਰ ਖੜ ਕੇ ਮਹਾਰਾਜ ਜੀ ਨੇ 3 ਦਿਨ ਬਾਣੀ ਸੁਣੀ। ਤੇ ਦੇਖੋ ਸਾਡੇ ਗੁਰੂਆਂ ਦੇ ਇਤਿਹਾਸ ਤੋਂ ਸਿੱਖਿਆ ਮਿਲਦੀ ਹੈ ਸਾਨੂੰ। ਸਿੱਖਾ ਗੁਰੂ ਜੀ ਨੇ 3 ਦਿਨ ਲਗਾਤਾਰ ਨਿਰੰਤਰ ਬਾਣੀ ਦਾ ਜਾਪ ਸਰਵਣ ਕੀਤਾ। ਉਹ ਜਿਨ੍ਹਾਂ ਨੇ ਆਪ ਬਾਣੀ ਉਚਾਰਨ ਕਰੀ ਉਹਨਾਂ ਨੇ ਸਾਨੂੰ ਸਿੱਖਿਆ ਦੇ ਦਿੱਤੀ, ਸਿੱਖਾ ਇਹ ਬਾਣੀ ਤੋਂ ਭੱਜੀ ਨਾ, ਦੂਰ ਨਾ ਜਾਈ। ਜੇ ਤੂੰ ਬਾਣੀ ਸੁਣੇਗਾ ਫਿਰ ਕੀ ਹੋਊਗਾ? ਸੁਣਿਆ ਦੁੱਖ ਪਾਪ ਕਾ ਨਾਸ। ਕਹਿੰਦੇ ਫਿਰ ਤੇਰੇ ਦੁੱਖ ਤੇ ਪਾਪ ਸਾਰੇ ਕੱਟੇ ਜਾਣਗੇ। 5 ਗ੍ਰੰਥੀ ਸਾਹਿਬਾਨ, 5 ਜਪਜੀ ਸਾਹਿਬ ਵਾਲੇ, 5 ਬਾਰ ਚ ਖੜ ਕੇ ਪਹਿਰਾ ਦੇਣ ਵਾਲੇ ਸਿੱਖ, 2-2 ਘੰਟਿਆਂ ਬਾਅਦ ਉਹਨਾਂ ਦੀ ਵੀ ਡਿਊਟੀ ਬਦਲਦੀ ਹੈ। 5 ਲੰਗਰ ਤਿਆਰ ਕਰਨ ਵਾਲੇ ਤੇ 5 ਛਕਾਉਣ ਵਾਲੇ, ਇਸ ਤਰ੍ਹਾਂ 25 ਸਿੱਖ ਮਹਾਰਾਜ ਜੀ ਨੇ ਲਾਏ। 26ਵੇਂ ਮਹਾਰਾਜ ਆਪ ਲੱਗੇ। ਇੱਕ ਓੰਕਾਰ ਤੋਂ ਲੈ ਕੇ 18-20 ਤੱਕ ਸਾਰੀ ਬਾਣੀ ਸੰਪੂਰਨ ਸੁਣੀ। ਰਾਜਾ ਜੈ ਸਿੰਘ ਮਿਰਜ਼ਾ ਵੀ ਉੱਥੇ ਹੈ। ਦੋਨੋਂ ਮਾਤਾਵਾਂ ਸਾਡੀਆਂ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਤੇ ਭਾਈ ਡੱਲਾ ਤੇ ਮੱਲਾ ਦੋਨੋਂ ਭਰਾ। ਬੜੀਆਂ ਬੇਅੰਤ ਸੰਗਤਾਂ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੀਆਂ ਨੇ। ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਪੂਰਨ ਸ਼੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਭੋਗ ਪਵਾਇਆ। ਆਪ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਮਹਾਰਾਜ ਜੀ ਨੇ ਕਰਵਾਈ ਤੇ ਫਿਰ ਰਾਜਾ ਜੈ ਸਿੰਘ ਮਿਰਜ਼ਾ ਆਪਣੇ ਘਰ ਵਾਪਸ ਮੁੜਿਆ ਸੀ। ਇੱਧਰ ਫਿਰ ਮਾਤਾਵਾਂ ਦੋਨੋਂ ਨਾਲ ਰਹੀਆਂ ਮਹਾਰਾਜ ਜੀ ਦੇ। ਡੱਲੇ ਤੇ ਮੱਲੇ ਨੂੰ ਬੜਾ ਪਿਆਰ ਕਰਿਆ। ਡੱਲਾ ਕਹਿਣ ਲੱਗਾ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੈਂ ਇੱਕ ਤੁਹਾਡੇ ਚਰਨਾਂ ਵਿੱਚ ਅਰਜ਼ ਕਰਦਾ। ਮਹਾਰਾਜ ਜੀ ਕਹਿਣ ਲੱਗੇ ਦੱਸ ਕੀ ਤੈਨੂੰ ਇੱਛਾ ਹੈ? ਸੱਚੇ ਪਾਤਸ਼ਾਹ ਇੱਕ ਕਿਰਪਾ ਕਰ ਦਿਓ, ਮੈਨੂੰ ਆਪਣੇ ਚਰਨਾਂ ਵਿੱਚ ਨਾ ਪੀੜੀ ਕੁ ਜਿੰਨੀ ਜਗ੍ਹਾ ਦੇ ਦਿਓ। ਦੇਖੋ ਪੀੜੀ ਕਿੱਡੀ ਕੁ ਹੁੰਦੀ ਹੈ, ਫੁੱਟ ਕੁ ਦੀ ਹੁੰਦੀ ਹੈ, ਫੁੱਟ ਕੁ ਚੌੜੀ, ਫੁੱਟ ਕੁ ਲੰਬਾਈ ਦੇ ਵਿੱਚ। ਮਹਾਰਾਜ ਜੀ ਮੈਨੂੰ ਪੀੜੀ ਕੁ ਜਿੰਨੀ ਜਗ੍ਹਾ ਤੁਹਾਡੇ ਚਰਨਾਂ ਵਿੱਚ ਦੇ ਦਿਓ। ਮਹਾਰਾਜ ਕਹਿਣ ਲੱਗੇ ਡੱਲਿਆ ਹੋਰ ਜਿਹੜੀ ਮਰਜ਼ੀ ਚੀਜ਼ ਮੰਗ ਲੈ, ਮੈਂ ਤੈਨੂੰ ਸਾਰੀ ਦੇਣ ਵਾਸਤੇ ਤਿਆਰ ਹਾਂ, ਪਰ ਜਿਹੜੀ ਤੂੰ ਗੱਲ ਜਗ੍ਹਾ ਦੀ ਕਰਦਾ ਇਹ ਨਹੀਂ ਮਿਲਦੀ ਹੈ। ਮਹਾਰਾਜ ਕਮਾਲ ਹੋ ਗਈ, ਇੰਨਾ ਪ੍ਰੇਮ ਕਰਕੇ ਅੱਜ ਮਹਾਰਾਜ ਕਹਿਣ ਲੱਗੇ ਡੱਲਿਆ ਤੂੰ ਨਾ ਬੇਮੁਖ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਡੱਲਿਆ ਤੂੰ ਅੰਮ੍ਰਿਤ ਨਹੀਂ ਛਕਿਆ ਹੋਇਆ, ਤੂੰ ਅੰਮ੍ਰਿਤ ਛਕ ਲੈ ਫੇਰ ਭਾਵੇਂ ਮੰਜਾ ਡਾਲੀ ਉਸ ਦਰਗਾਹ ਦੇ ਵਿੱਚ, ਪਰ ਜੇ ਤੂੰ ਅੰਮ੍ਰਿਤ ਨਹੀਂ ਛਕਦਾ ਤੈਨੂੰ ਸੂਈ ਦੇ ਨੱਕੇ ਜਿੰਨੀ ਕੁ ਜਗ੍ਹਾ ਵੀ ਨਹੀਂ ਮਿਲਦੀ। ਫਿਰ ਡੱਲਾ ਸਰਦਾਰ ਆਪਣੇ ਘਰ ਗਿਆ, ਸਭ ਪਰਿਵਾਰ ਨਾਲ ਰਾਏ ਕੀਤੀ। ਰਾਏ ਕਰਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਤਖਤ ਸਾਹਿਬ ਤੇ ਆ ਕੇ ਬੇਨਤੀ ਕਰੀ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰ ਦੇ। ਮਹਾਰਾਜ ਜੀ ਕਹਿੰਦੇ ਕੀ ਹੋ ਅੰਮ੍ਰਿਤ ਦੇ ਦਾਤਿਆ, ਅੰਮ੍ਰਿਤ ਛਕਾ ਦੇ ਮੈਨੂੰ, ਅੰਮ੍ਰਿਤ ਦੇ ਦਾਤਾ ਜੀ
ਅੰਮ੍ਰਿਤ ਛਕਾ ਦੋ ਮੈਨੂੰ ਅੰਮ੍ਰਿਤ ਦੇ ਦਾਤਿਆ ਅੰਮ੍ਰਿਤ ਛਕਾ ਦੇ ਮੈਨੂੰ ਓਏ ਅੰਮ੍ਰਿਤ ਦੇ ਦਾਤਾ ਜੀ ਅੰਮ੍ਰਿਤ ਛਕਾ ਦੇ ਦਾਤਿਆ ਅੰਮ੍ਰਿਤ ਛਕਾ ਦੇ ਮੈਨੂੰ ਅੰਮ੍ਰਿਤ ਦੇ ਦਾਤਾ ਜੀ ਅੰਮ੍ਰਿਤ ਛਕਾ ਦੇ ਮੈਨੂੰ। ਹਰ ਜੀ ਕਹਿਣ ਲੱਗੇ ਡੱਲਿਆ ਆ ਜਾ, ਇਹ ਦਰਵਾਜ਼ਾ ਹਰ ਇੱਕ ਵਾਸਤੇ ਖੁੱਲ੍ਹਾ, ਜਹ ਦਰ ਆਵਤ ਜਾਤ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸਾ ਛੋੜੀਐ ਜੋ ਦਰ ਐਸਾ ਹੋਏ। ਪਰਮਾਤਮਾ ਦਾ ਦਰ ਐਸਾ, ਹਰ ਇੱਕ ਵਾਸਤੇ ਗੇਟ ਖੁੱਲ੍ਹਾ ਹੈ, ਪਰ ਜੇ ਕੋਈ ਸਾਫ਼ ਨੀਅਤ ਨਾਲ ਆਵੇ, ਜੇ ਮਾੜੀ ਨੀਤ ਨਾਲ ਆਵੇ ਫਿਰ ਮਹਾਰਾਜ ਜੀ ਉਹੋ ਜਿਹਾ ਵੀ ਉਹਦੀ ਝੋਲੀ ਵਿੱਚ ਖੈਰ ਪਾ ਦਿੰਦਾ ਹੈ। ਜੇ ਕੋਈ ਸਾਫ਼ ਨੀਤ ਨਾਲ ਆਵੇ ਫਿਰ ਸੱਚੇ ਪਾਤਸ਼ਾਹ ਉਹਦੀ ਮਨੋਕਾਮਨਾ ਵੀ ਪੂਰੀ ਕਰ ਦਿੰਦੇ ਹਨ। ਫਿਰ ਅੱਜ ਡੱਲੇ ਸਰਦਾਰ ਨੂੰ ਅੰਮ੍ਰਿਤ ਛਕਾਇਆ, ਫਿਰ ਬੜੀਆਂ ਬਖਸ਼ਿਸ਼ਾਂ, ਉਨੀਆਂ ਵਸਤੂਆਂ ਤਖਤ ਸਾਹਿਬ ਤੇ ਨਹੀਂ ਹੈ ਅੱਜ ਜਿੰਨੀਆਂ ਡੱਲੇ ਸਰਦਾਰ ਦੇ ਘਰ ਦੇ ਵਿੱਚ ਪਈਆਂ ਨੇ। ਤੁਸੀਂ ਜਦੋਂ ਜਾਓਗੇ ਨਾ ਤਖਤ ਸਾਹਿਬ ਤੇ ਦਰਸ਼ਨ ਕਰਨ ਵਾਸਤੇ, ਤੇ ਉਥੋਂ ਥੋੜਾ ਜਿਹਾ ਅੱਗੇ ਜਾ ਕੇ ਪਿੰਡ ਦੇ ਵਿੱਚ ਡੱਲੇ ਦਾ ਘਰ ਹੈ ਜਿੱਥੇ ਬੇਕੀਮਤੀ ਵਸਤੂਆਂ ਉਹ ਮਹਾਰਾਜ ਦੀਆਂ ਉਹਨਾਂ ਦੇ ਘਰ ਪਈਆਂ ਨੇ। ਤੇ ਸਭ ਤੋਂ ਛੋਟਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਕਰੀਬਨ 1.5 ਇੰਚ ਦਾ ਹੀ ਹੈ, ਬਸ 1.5 ਇੰਚ ਦਾ, ਜਿਹੜਾ ਮਹਾਰਾਜ ਜੀ ਹਰ ਵਕਤ ਦਸਤਾਰ ਦੇ ਵਿੱਚ ਰੱਖਦੇ ਸੀ, ਦੂਰਬੀਨ ਨਾਲ ਪੜ੍ਹਿਆ ਜਾਂਦਾ ਸੀ। ਉਹ ਮਹਾਰਾਜ ਦੇ ਸੀਸ ਦੇ ਵਿੱਚ ਹੁੰਦਾ ਹਰ ਵਕਤ। ਉਹ ਡੱਲੇ ਸਰਦਾਰ ਨੂੰ ਹੋਰ ਬੇਕੀਮਤੀ ਵਸਤੂਆਂ ਸੀ, ਜਿਹੜੀਆਂ ਸ਼ਸਤਰ ਸੀ ਮਹਾਰਾਜ ਜੀ ਦੇ, ਕੁਝ ਬਸਤਰ ਸੀ, ਉਹ ਸਾਰੇ ਡੱਲੇ ਸਰਦਾਰ ਨੂੰ ਦੇ ਕੇ ਮਹਾਰਾਜ ਜੀ ਨੇ ਫਿਰ ਬੜਾ ਮਾਣ ਦਿੱਤਾ ਡੱਲੇ ਨੂੰ। ਕਹਿਣ ਲੱਗੇ ਡੱਲਿਆ ਇਹ ਤੇਰੀ ਧਰਤੀ ਤੇ ਰੰਗ ਭਾਗ ਲੱਗਣਗੇ। ਉਹ ਇੱਥੇ ਮੇਰੇ ਪਿਤਾ ਨੇ ਵੀ ਚਰਨ ਪਾਏ, ਸੰਗਤ ਦੇ ਚਰਨ ਪਏ, ਸਾਡੇ ਵੀ ਚਰਨ ਪਏ, ਤਖਤ ਸਾਹਿਬ ਅੱਜ ਤੋਂ ਇਹ ਇੱਥੇ ਮਾਲਵੇ ਦੀ ਸੰਗਤ ਆ ਕੇ ਨਤਮਸਤਕ ਹੋਇਆ ਕਰੂ, ਉਹਨਾਂ ਦਾ ਭਲਾ ਹੋਇਆ ਕਰੂਗਾ। ਇਸ ਕਰਕੇ ਫੇਰ ਇੱਥੋਂ ਅੱਗੇ ਮਹਾਰਾਜ ਜੀ ਨੇ ਚਾਲੇ ਪਾਏ, ਨਾਲ ਸੰਗਤਾਂ ਨੂੰ ਲੈ ਕੇ ਇਸ ਸਥਾਨ ਦੀ ਸੇਵਾ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਮਹਾਨ ਸ਼ਹੀਦ, ਉਹਨਾਂ ਨੂੰ ਸੌਂਪ ਦਿੱਤੀ। ਅੰਮ੍ਰਿਤਸਰ ਦੀ ਜਿਹੜੀ ਟਕਸਾਲ ਅੱਜ ਚੱਲ ਰਹੀ ਹੈ ਉੱਥੋਂ ਦੀ ਸਿੰਘ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸੇਵਾ ਸੌਂਪ ਕੇ ਫਿਰ ਮਹਾਰਾਜ ਜੀ ਅੱਗੇ ਚਲੇ ਗਏ। 48 ਸਿੰਘ ਬਦੇ ਮੁਕਤ ਫਿਰ ਸੱਚਖੰਡ ਚਲੇ ਗਏ ਸੀ ਬਾਣੀ ਸੁਣ ਕੇ। 48 ਸਿੰਘ, ਦੋ ਇਹ ਵੀ ਜਾਣ ਲੱਗੇ ਬਾਬਾ ਦੀਪ ਸਿੰਘ ਦੇ ਭਾਈ ਮਨੀ ਸਿੰਘ। ਮਹਾਰਾਜ ਨੇ ਦੋਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਫੜਨੀਆਂ, ਤੁਹਾਡੇ ਨਾਂ ਤੇ ਅੱਗੇ ਟਕਸਾਲਾਂ ਚੱਲਣਗੀਆਂ। ਸੱਚੇ ਪਾਤਸ਼ਾਹ ਅਸੀਂ ਕੀ ਲੈਣਾ ਹੈ ਜਗ ਸੰਸਾਰ ਤੋਂ, ਫਾਨੀ ਜਗ ਸੰਸਾਰ ਤੋਂ, ਅਸੀਂ ਤਾਂ ਤੁਹਾਡੇ ਚਰਨਾਂ ਵਿੱਚ ਹੀ। ਮਹਾਰਾਜ ਕਹਿਣ ਲੱਗੇ ਨਹੀਂ, ਤੁਸੀਂ ਰਹੋਗੇ ਜਗ ਸੰਸਾਰ ਦੇ ਵਿੱਚ ਪਰ ਪਕੜ ਨਹੀਂ ਹੋਣੀ। ਇਸ ਕਰਕੇ ਫਿਰ ਦੋਨਾਂ ਨੂੰ ਵਰ ਦੇ ਕੇ ਅੱਜ 2 ਟਕਸਾਲਾਂ ਸੀਨਾ ਬਸੀਨਾ ਚੱਲ ਰਹੀਆਂ, ਇੱਕ ਬਾਬਾ ਦੀਪ ਸਿੰਘ ਵਾਲੀ, ਇੱਕ ਸਿੰਘ ਸਾਹਿਬ ਭਾਈ ਭਾਈ ਮਨੀ ਸਿੰਘ ਵਾਲੀ ਟਕਸਾਲ ਅੰਮ੍ਰਿਤਸਰ ਵਾਲੀ ਚੱਲ ਰਹੀ ਹੈ। ਇਸ ਕਰਕੇ ਫਿਰ ਇੱਥੋਂ ਮਹਾਰਾਜ ਜੀ ਤਾਰ ਕੇ ਡੱਲੇ ਨੂੰ ਅੱਗੇ ਫਿਰ ਨੰਦੇੜ ਦੀ ਧਰਤੀ ਨੂੰ ਜਾਣ ਦੀ ਤਿਆਰੀ ਕਰੀ। ਪਤਾ ਸੀ ਜਿਹੜੀ ਗੱਲ ਕਰੀ ਸੀ ਮਹਾਰਾਜ ਨੇ ਚਮਕੌਰ ਦੀ ਗੜੀ ਵਿੱਚ ਮੈਂ ਇੱਥੇ ਭਾਣਾ ਵਰਤਾਉਣਾ ਹੈ, ਉੱਥੇ ਸਿੰਘਾਂ ਨੇ ਕਹਿ ਦਿੱਤਾ ਸੱਚੇ ਪਾਤਸ਼ਾਹ ਹੁਣੀ ਚਮਕੌਰ ਦੀ ਗੜੀ ਨੂੰ ਛੱਡ ਕੇ ਚਲਿਆ ਜਾ। ਮਹਾਰਾਜ ਜੀ ਕਹਿਣ ਲੱਗੇ ਉਹ ਭਾਣਾ ਵਰਤਾਉਣ ਦਾ ਸਮਾਂ ਨੇੜੇ ਆ ਰਿਹਾ ਸੀ, ਨੰਦੇੜ ਦੀ ਧਰਤੀ ਡੀਕ ਰਹੀ ਸੀ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਾਧੋ ਦਾਸ ਵੈਰਾਗੀ ਤਰਸ ਰਿਹਾ ਸੀ ਕਦੋਂ ਮੈਨੂੰ ਗੁਰੂ ਦੇ ਦੀਦਾਰ ਹੋਣ। ਭਾਵੇਂ ਕੰਮ ਨਖਿੱਧ ਸੀ ਉਹਦੇ ਆਏ ਗਏ ਸਾਧੂਆਂ ਦੀ ਬੇਅਦਬੀ ਕਰਦਾ ਸੀ, ਪਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨੂੰ ਸਵਾਰਨ ਵਾਸਤੇ ਚੰਗਾ ਵਧੀਆ, ਉਹ ਜਿਹੜੀ ਵਧੀਆ ਮਸ਼ੀਨਰੀ ਹੈ ਉਹ ਵਧੀਆ ਕੰਮ ਕਰੂਗੀ। ਮਹਾਰਾਜ ਜੀ ਨੇ ਫਿਰ ਇੱਥੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਕੂਚ ਕਰ ਦਿੱਤਾ ਸੀ। ਨਾਲ ਕੁਝ ਗਿਣਤੀ ਦੇ ਸਿੱਖ ਨੇ ਘੋੜਿਆਂ ਤੇ ਸਵਾਰ ਹੋ ਕੇ ਫਿਰ ਡੱਲੇ ਸਰਦਾਰ ਨੇ ਆਖਿਆ ਮਹਾਰਾਜ ਹੁਣ ਫਿਰ ਮੇਲ ਕਦੋਂ ਹੋਊਗਾ। ਡੱਲਾ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਹਾਂ। ਮਹਾਰਾਜ ਜੀ ਕਹਿਣ ਲੱਗੇ ਨਹੀਂ ਡੱਲਿਆ ਤੂੰ ਇੱਥੇ ਹੀ ਰਹਿ, ਪਤਾ ਹੈ ਅੱਗੇ ਭਾਣਾ ਵਰਤਾਉਣ ਦਾ ਸਮਾਂ, ਭਾਵੇਂ ਇਤਿਹਾਸ ਬੜਾ ਵੱਡਾ ਹੈ ਦਮਦਮਾ ਸਾਹਿਬ ਦਾ, ਪਰ ਮੈਂ ਸੰਖੇਪ ਦੇ ਵਿੱਚ ਅਰਜ਼ ਕਰਕੇ ਅੱਗੇ ਨੂੰ ਜਾਣ ਦੀ ਤਾਂ ਗੱਲ ਕਰਦਾ ਕਿਉਂਕਿ ਅੱਗੇ ਦੁਸਹਿਰੇ ਦੇ ਦਿਨ ਆ ਰਹੇ ਹਨ। ਡੱਲਾ ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਕਦੋਂ ਮੇਲ ਹੋਊਗਾ। ਮਹਾਰਾਜ ਜੀ ਕਹਿੰਦੇ ਨਦੀਆਂ ਵਾਹ ਵਿਛੁੰਨਿਆ ਹਰ ਮੇਲਾ ਸੰਜੋਗੀ ਰਾਮ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਡੱਲਿਆ ਮੈਂ ਕੀ ਕਰਾਂ, ਅੱਗੇ ਮਜਬੂਰੀ ਹੈ, ਮੈਨੂੰ ਵੀ ਜਾਣਾ ਪਊਗਾ।
ਨਾਲੇ ਪੜ੍ਹਦੇ ਜਾਂਦੇ ਨੇ ਮਹਾਰਾਜ। ਡੱਲਾ ਸਰਦਾਰ ਖੜਾ, ਸਾਰਾ ਪਰਿਵਾਰ ਖੜਾ ਡੱਲੇ ਦਾ, ਰੋਂਦੇ ਨੇ। ਮਹਾਰਾਜ ਜੀ ਕਹਿਣ ਲੱਗੇ ਉਹ ਕਿਤੇ ਤਾਂ ਹੋਣਗੇ ਸੰਜੋਗਾਂ ਨਾਲ ਵੇਲੇ, ਉਹ ਨਦੀਆਂ ਦੇ ਨੀਰ ਵਿਛੜੇ ਕਿਤੇ ਹੋਣਗੇ ਸੰਜੋਗਾਂ ਨਾਲ ਵੇਲੇ, ਨਦੀਆਂ ਦੇ ਨੀਰ ਵਿਛੜੇ ਹੋਣਗੇ ਸੰਜੋਗਾਂ ਨਾਲ ਮਿਲੇ, ਉਹ ਨਦੀਆਂ ਦੇ ਨੀਰ ਵਿਛੜੇ ਕਿਤੇ ਹੋਣਗੇ ਸੰਜੋਗਾਂ ਨਾਲ ਮਿਲੇ, ਉਹ ਨਦੀਆਂ ਦੇ ਨੀਰ ਵਿੱਚ ਬੋਲੋ ਭਾਈ ਹੋਣਗੇ ਸੰਜੋਗਾਂ ਨਾਲ ਮਿਲੇ, ਨਦੀਆਂ ਦੇ ਨੀਰ ਵਿਛੜੇ ਕਿਤੇ ਹੋਣਗੇ ਸੰਜੋਗਾਂ ਨਾਲ ਵੇਲੇ, ਉਹ ਨਦੀਆਂ ਦੇ ਨੀਰ ਵਿਛੜੇ। ਮੇਰਾ ਜੀ ਨਹੀਂ ਕਰਦਾ ਵਿਛੜਨ ਨੂੰ, ਜੀ ਨਹੀਂ ਕਰਦਾ ਵਿਛੜਨ ਨੂੰ, ਮੇਰਾ ਜੀ ਨਹੀਂ ਕਰਦਾ ਵਿਛੜਨ ਨੂੰ, ਮੇਰਾ ਜੀ ਨਹੀਂ ਕਰਦਾ ਵਿਛੜਨ ਨੂੰ। ਅੱਗੇ ਸਤਿਗੁਰ ਦੀ ਹੈ ਮਰਜ਼ੀ, ਸਤਿਗੁਰ ਦੀ ਹੈ ਮਰਜ਼ੀ ਜੀ, ਮੇਰਾ ਦਿਲ ਨਹੀਂ ਕਰਦਾ ਵਿਛੜਨ ਨੂੰ, ਦਿਲ ਨਹੀਂ ਕਰਦਾ ਵਿਛੜਨ ਨੂੰ। ਅੱਗੇ ਦੀ ਹੈ ਮਰਜ਼ੀ, ਮੇਰਾ ਜੀ ਨਹੀਂ ਕਰਦਾ ਵਿਛੜਨ ਨੂੰ, ਮੇਰਾ ਦਿਲ ਨਹੀਂ ਕਰਦਾ ਵਿਛੜਨ ਨੂੰ। ਦੀ ਹੈ ਮਰਜ਼ੀ, ਮੇਰਾ ਜੀ ਨਹੀਂ ਕਰਦਾ ਵਿਛੜਨ ਨੂੰ, ਮੇਰਾ ਜੀ ਨਹੀਂ ਕਰਦਾ ਵਿਛੜਨ ਨੂੰ। ਬਾਜੀ ਕਹਿੰਦੇ ਨਦੀਆਂ ਵਾਹ ਵਿਛੁੰਨਿਆ, ਹਰ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ, ਕੋਈ ਜਾਣੈ ਜੋਗੀ ਰਾਮ। ਦੇਖੋ ਫਿਰ ਉਹ ਸਮਾਂ ਕਿਹੋ ਜਿਹਾ ਹੋਣਾ ਜਿੱਥੇ 10 ਮਹੀਨੇ ਆਨੰਦ ਵਰਤਾਇਆ ਹੋਊਗਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਛੱਡ ਕੇ ਜਦੋਂ ਜਾਂਦੇ ਹੋਣਗੇ ਤੇ ਉਸ ਵਕਤ ਡੱਲਾ ਸਰਦਾਰ, ਘਰ ਵਾਲੀ, ਬੱਚੇ ਸਾਰੇ ਰੋਂਦੇ ਨੇ। ਤੇ ਕਿਉਂਕਿ ਪ੍ਰੇਮ ਹੀ ਇੰਨਾ ਪੈ ਗਿਆ ਮਹਾਰਾਜ ਜੀ ਨਾਲ, ਉਹ ਹੈ ਹੀ ਪ੍ਰੇਮ ਦੀ ਮੂਰਤ ਸੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ। ਸੱਚੇ ਪਾਤਸ਼ਾਹ ਜਾਂ ਤਾਂ ਇੰਨਾ ਪ੍ਰੇਮ ਪਾਉਣਾ ਹੀ ਨਹੀਂ ਸੀ, ਜੇ ਛੱਡ ਕੇ ਜਾਣਾ ਸੀ ਫਿਰ ਇੰਨਾ ਪ੍ਰੇਮ ਹੀ ਨਾ ਪਾਉਂਦੇ। ਜੇ ਹੁਣ ਪਾ ਲਿਆ ਤੇ ਜਾਂ ਤਾਂ ਫਿਰ ਜਿਸ ਪਿਆਰੇ ਸਿਓ ਨੇਹੋਂ ਤਿਸ ਅੱਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੈ ਜੀਵਣਾ। ਕਹਿੰਦੇ ਜਾਂ ਫਿਰ ਸਾਨੂੰ ਨਾਲ ਲੈ ਜਾਓ ਤੇ ਜਾਂ ਫਿਰ ਹੁਣ ਸਾਨੂੰ ਸਾਡੇ ਕੋਲੇ ਇੱਥੇ ਵਿਰਾਜਮਾਨ ਹੋਵੋ। ਮਹਾਰਾਜ ਜੀ ਕਹਿਣ ਲੱਗੇ ਮੈਂ ਵਿਰਾਜਮਾਨ ਸੀ ਨੰਦਾਂ ਦੀ ਪੁਰੀ ਦੇ ਉੱਤੇ, ਮੇਰਾ ਦੇਸ਼ ਤਾਂ ਉਹ, ਪਰ ਅਗਲਾ ਮੇਰਾ ਕੋਈ ਦੇਸ਼ ਹੋਰ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਧੋਰ ਨਾਹੀ ਤਹਿ ਠਾਹੋ। ਮਹਾਰਾਜ ਜੀ ਕਹਿਣ ਲੱਗੇ ਮੇਰਾ ਦੇਸ਼ ਤਾਂ ਕੋਈ ਅੱਗੇ ਹੋਰ ਹੈ। ਜਿਵੇਂ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਜਦੋਂ ਆਖਰੀ ਸਮਾਂ ਸੀ ਉਹਨਾਂ ਉੱਤੇ, ਉਹ ਵੀ ਨਗਰ ਬਾਲੇਵਾਲ ਤੇ ਭੋਗੀਵਾਲ ਮਲੇਰਕੋਟਲੇ ਦੇ ਨਾਲ ਪਿੰਡ ਪੈ ਜਾਂਦੇ ਦੋਨੋਂ। ਉੱਥੇ ਆਖਰੀ ਸਮਾਂ ਮਹਾਰਾਜ ਜੀ ਨੇ ਕੀਰਤਨ ਕਰਕੇ ਜਦੋਂ ਜਾਣ ਲੱਗੇ ਨਾ, ਸੰਗਤ ਇਸੇ ਤਰ੍ਹਾਂ ਵਿਰਾਗ ਵਿੱਚ ਖੜੀ ਹੈ ਸਾਰੀ। ਬੜੀਆਂ ਅਰਜ਼ਾਂ ਕਰੀਆਂ, ਹੁਣ ਕਦੋਂ? ਫਿਰ ਉੱਥੇ ਧਾਰਨਾ ਪਿਆਰ ਵਿੱਚ ਬੋਲੀ ਸੀ ਮਹਾਂਪੁਰਖਾਂ ਨੇ, ਨਦੀਆਂ ਵਾਹ ਵਿਛੁੰਨਿਆ, ਗੁਰਬਾਣੀ ਦਾ ਸ਼ਬਦ, ਨਦੀਆਂ ਵਾਹ ਵਿਛੁੰਨਿਆ ਹਰ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ, ਕੋਈ ਜਾਣੈ ਜੋਗੀ ਰਾਮ। ਉੱਥੇ ਉਹਨਾਂ ਨੇ ਵੀ ਇਹੀ ਅਰਜ਼ ਕਰੀ। ਇੱਧਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੀ ਪਿਆਰ ਦੇ ਵਿੱਚ ਆ ਕੇ ਕਹਿ ਰਹੇ ਨੇ, ਤੁਸੀਂ ਤਾਂ ਦੇਸਾਂ ਵਾਲੇ ਜੀ, ਡੱਲਿਆ ਤੇਰਾ ਘਰ ਇਹ ਹੈ। ਮੇਰਾ ਦੇਸ਼ ਕਿਹੜਾ? ਉਸ ਪਰਮਾਤਮਾ ਦੇ ਮੈਂ ਨਿਜ ਧਾਮ ਨੂੰ ਜਾਣਾ ਹੈ, ਮੇਰਾ ਦੇਸ਼ ਉਹ ਹੈ। ਤੇ ਮਹਾਰਾਜ ਜੀ ਕਹਿੰਦੇ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਸਾਡਾ ਵੀ ਦੇਸ਼ ਪਰਾਇਆ ਦੇਸ਼ ਹੋਰ ਹੈ, ਸੀ ਆਹ ਸਾਡਾ ਦੇਸ਼ ਨਹੀਂ ਹੈ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਕਿਸ ਪੈ ਖੋਲੂੰ ਗੰਠੜੀ ਦੁਖੀ ਪਰਿਆਇਆ। ਰੱਬ ਦੇ ਫਕੀਰ ਕੀ ਕਹਿੰਦੇ ਨੇ, ਤੁਸੀਂ ਤਾਂ ਦੇਸਾਂ ਵਾਲੇ ਜੀ, ਮੈਂ ਪਰਦੇਸੀ, ਮੈਂ ਪਰਦੇਸੀ, ਦੇਸਾਂ ਵਾਲੇ ਜੀ, ਓ ਮੈਂ ਪਰਦੇਸੀ, ਮੈਂ ਪਰਦੇਸੀ, ਦੇਸਾਂ ਵਾਲੇ ਜੀ, ਮੈਂ ਪਰਦੇਸੀ, ਮੈਂ ਪਰਦੇਸੀ, ਤੁਸੀਂ ਦੇਸਾਂ ਵਾਲੇ, ਮੈਂ ਪਰਦੇਸੀ, ਮੈਂ ਪਰਦੇਸੀ,
ਤੁਸੀਂ ਦੇਸਾਂ ਵਾਲੇ ਜੀ ਮੈਂ ਪਰਦੇਸੀ ਮੈਂ ਪਰਦੇਸੀ ਤੁਸੀਂ ਦੇਸਾਂ ਵਾਲੇ ਜੀ ਮੈਂ ਪਰਦੇਸੀ ਮੈਂ ਪਰਦੇਸੀ। ਸਤਿਗੁਰੂ ਜੀ ਚਲੋ ਫਿਰ ਉਹ ਸਭੋ ਕੀ ਤਲਵੰਡੀ ਤੋਂ ਮੱਝ ਨੇ ਅੱਗੇ ਨੂੰ ਕੂਚ ਕਰਿਆ। ਹੁਣ ਆਓ ਆਪਣੇ ਕੰਨੀ, ਬਸ 2-4 ਮਿੰਟਾਂ ਵਿੱਚ ਮੈਂ ਸਮਾਪਤੀ ਕਰਾਂ। ਬੇਨਤੀ ਕਰਾਂ, ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਹੈ 31 ਅਕਤੂਬਰ ਦਾ, 31 ਤਰੀਕ ਦਾ, ਜਿਹੜੀ ਹੁਣ ਜਾਣ ਵਾਲੀ ਹੈ। ਅੱਜ 23 ਤਰੀਕ ਹੋ ਗਈ ਤੇ 31 ਤਰੀਕ ਦੀ ਪੂਰਨਮਾਸ਼ੀ ਹੈ, ਭਾਵ ਉਹਦੇ ਪੂਰਨਮਾਸ਼ੀ ਵਾਲੇ ਦਿਨ ਭਗਤ ਜੀ ਦਾ ਆਗਮਨ ਪੁਰਬ ਹੈ। ਉਹਦੇ ਮੈਂ ਕੱਲ੍ਹ ਵੀ ਅਰਜ਼ ਕਰੀ ਸੰਗਤਾਂ ਨੂੰ, ਅੱਜ ਫੇਰ ਹੱਥ ਬੰਨ੍ਹ ਕੇ ਅਰਜ਼ ਕਰਦਾ ਹੈ। ਸੁਖਮਨੀ ਸਾਹਿਬ ਦਾ ਪਾਠ ਹੋਊਗਾ ਤੇ ਚਾਹ ਦਾ ਲੰਗਰ ਉੱਤੇ, ਬਾਕੀ ਅੱਗੇ ਸੰਗਤ ਦੀ ਮਰਜ਼ੀ ਹੈ, ਸਾਡੀ ਜਿੰਨੀ ਕੁ ਇੱਛਾ, ਕਿਉਂਕਿ ਜਿੰਨੀ ਕੁ ਸੋਚ ਹੁੰਦੀ ਹੈ ਮਨੁੱਖ ਦੀ ਉਨੀ ਕੁ ਗੱਲ ਕਰਦਾ ਹੁੰਦਾ। ਸਾਡੀ ਸੋਚ ਇੱਥੇ ਕਿਹੜੀ ਹੈ, ਸੰਗਤ ਦੀ ਸੋਚ ਪਤਾ ਨਹੀਂ ਇਦੋਂ ਗਾਂ ਕਿੱਥੇ ਕੁ ਹੋਵੇ। ਪਰ ਆਓ ਪਿਆਰ ਵਿੱਚ, ਜੇ ਅਸੀਂ ਕਿਸੇ ਨੂੰ ਛਕਾਵਾਂਗੇ, ਚਲੋ ਬੰਦਾ ਮਨੁੱਖ ਨੂੰ ਤਾਂ ਕੀ ਛਕਾ ਸਕਦਾ, ਤਾਂ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੇ, ਗਣਤ ਭਰੇ ਭੰਡਾਰ। ਰਾਜਾ ਆਪਣੇ ਰਾਜ ਭਾਗ ਵਿੱਚ ਬੈਠਾ ਹੈ, ਜਦੋਂ ਰਾਜ ਭਾਗ ਵਿੱਚ ਬੈਠਾ ਹੈ ਉਹਨੇ ਸਾਰੇ ਮਹਾਂਪੁਰਖ ਸਾਧੂ ਇਕੱਠੇ ਕਰ ਲਏ, ਆ ਜਾਓ ਵੀ ਕਹਿੰਦਾ ਤੁਹਾਨੂੰ ਲੰਗਰ ਛਕਾਉਣਾ ਸਾਰਿਆਂ ਨੂੰ। ਸਾਰੇ ਸਾਧ ਇਕੱਠੇ ਹੋ ਕੇ ਆ ਗਏ ਵੀ ਚਲੋ ਰਾਜੇ ਦੇ ਲੰਗਰ ਛਕਾਂਗੇ, ਵਧੀਆ ਬਣਾਇਆ ਹੋਊ ਰਾਜੇ ਨੇ, ਨਾਲੇ ਕੋਈ ਦਾਨ ਦਕਸ਼ਨਾ ਦੇਊਗਾ। ਸਾਰੇ ਸਾਧ ਇਕੱਠੇ ਹੋ ਕੇ ਆ ਗਏ, ਬਿਠਾ ਲਏ ਰਾਜੇ ਨੇ, ਲੱਗ ਗਿਆ ਆਪ ਵਰਤਾਉਣ ਲੱਗ ਗਿਆ ਰਾਜਾ। ਜਦੋਂ ਰਾਜਾ ਆਪ ਵਰਤਾਉਣ ਲੱਗ ਗਿਆ, ਸਾਰੇ ਮਹਾਂਪੁਰਖਾਂ ਦੇ ਅੱਗੇ 3-4 ਲੈਣਾ ਲੱਗ ਗਈਆਂ, ਭੋਜਨ ਵਰਤਾ ਦਿੱਤਾ ਤੇ ਰਾਜੇ ਨੇ ਕਹਿਤਾ 1 ਮਿੰਟ ਖੜ੍ਹ ਜਾਓ, ਹਜੇ ਨਾ ਛਕਿਓ। ਉਹ ਕਹਿਣ ਲੱਗੇ ਕਮਾਲ ਦੀ ਗੱਲ ਹੈ, ਸਾਨੂੰ ਬੁਲਾਇਆ ਰਾਜੇ ਨੇ, ਹੁਣ ਕਹਿੰਦਾ 1 ਮਿੰਟ ਖੜ੍ਹ ਜਾਓ, ਹਜੇ ਨਾ ਛਕਿਓ। ਕਹਿੰਦੇ ਇੱਕ ਸ਼ਰਤ ਤੇ ਭੋਜਨ ਛਕਣ ਦੇਊਂਗਾ, ਨਾ ਉੱਠਣ ਦੇ ਮੈਂ ਹੁਣ ਇੱਥੋਂ ਕਿਸੇ ਨੂੰ। ਉਹ ਸਾਰੇ ਮਹਾਂਪੁਰਖ ਕਹਿਣ ਲੱਗੇ ਦੱਸ ਦਿਓ ਕੀ ਸ਼ਰਤ ਹੈ। ਕਹਿੰਦੇ ਭੋਜਨ ਛਕਣਾ ਸਾਰਾ ਤੁਸੀਂ, ਪਰ ਕਿਸੇ ਦੀ ਇਸ ਤਰ੍ਹਾਂ ਕੂਣੀ ਨਹੀਂ ਮੁੜਨੀ ਚਾਹੀਦੀ। ਵੀ ਐਂ ਜਦੋਂ ਤੁਸੀਂ ਥਾਲ ਦੇ ਵਿੱਚੋਂ ਭੋਜਨ ਚੱਕ ਕੇ ਛਕੋਗੇ ਨਾ, ਕੂਣੀ ਤਾਂ ਮੁੜੂਗੀ ਇਸ ਤਰ੍ਹਾਂ, ਹੱਥ ਫੇਰੀ ਜਾਊਗਾ ਮੂੰਹ ਮੂਹਰੇ। ਕਹਿੰਦੇ ਸ਼ਰਤ ਹੈ ਮੇਰੀ ਇੱਕ, ਕੂਣੀ ਨਹੀਂ ਮੁੜਨੀ ਚਾਹੀਦੀ, ਭੋਜਨ ਸਾਰਾ ਛਕੋ, ਦੁਆਰੇ ਫੇਰ ਪਾਊਂਗਾ। ਸਾਰੇ ਕਹਿਣ ਲੱਗੇ ਵੀ ਇਹ ਤਾਂ ਹੋ ਨਹੀਂ ਸਕਦਾ, ਕੂਣੀ ਤਾਂ ਮੁੜੂਗੀ ਫੇਰ ਹੀ, ਜੇ ਮੂੰਹ ਕੋਲੇ ਹੱਥ ਜਾਊਗਾ ਤੇ ਫੇਰ ਜਾ ਕੇ ਕਿਤੇ ਭੋਜਨ ਛਕਿਆ ਜਾਊਗਾ। ਸਾਰੇ ਬੈਠ ਗਏ ਚੁੱਪ ਕਰਕੇ, ਕੋਈ ਨਹੀਂ ਬੋਲਦਾ, ਇੱਕ ਦੂਜੇ ਦੇ ਮੂੰਹ ਕਨੀ ਝਾਕੀ ਜਾਂਦੇ ਨੇ। ਰਾਜਾ ਕਹਿਣ ਲੱਗਾ ਉੱਠਣ ਵੀ ਨਹੀਂ ਦਿੰਦਾ, ਜਿਹੜਾ ਉੱਠ ਕੇ ਜਾਊ ਉਹਨੂੰ ਸਜ਼ਾ ਵੀ ਸਖਤ ਦੇਊਂਗਾ ਮੈਂ। ਉਹ ਕਹਿਣ ਲੱਗੇ ਫਿਰ ਹੁਣ ਕੀ ਕਰੀਏ। ਇੱਕ ਕੋਈ ਸਿਆਣਾ ਪੁਰਸ਼ ਬੈਠਾ ਸੀ, ਚੰਗੀ ਰੱਬ ਦੀ ਰੰਗੀ ਰੂਹ, ਉਹ ਮਹਾਂਪੁਰਖ ਬੈਠਾ ਸੀ। ਉਹ ਕਹਿਣ ਲੱਗਾ ਮੈਂ ਜੁਗਤੀ ਦੱਸ ਦਿੰਦਾ। ਸਾਧੂ ਜੁਗਤੀ ਦੱਸ ਦਿੰਦੇ ਨੇ, ਮਹਾਂਪੁਰਖਾਂ ਕੋਲੇ ਜੁਗਤੀ ਹੁੰਦੀ ਹੈ ਨਾਮ ਜਪਣ ਦੀ। ਉਹ ਕਹਿੰਦੇ ਇਸ ਤਰ੍ਹਾਂ ਨਾਮ ਜਪਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਤੁਹਾਡਾ ਭਲਾ ਹੋ ਜਾਊਗਾ। ਉਹ ਕਹਿੰਦੇ ਦੱਸ ਦੇ ਕੀ ਜੁਗਤੀ ਹੈ, ਨਹੀਂ ਤਾਂ ਤੁਸੀਂ ਬਚ ਰਹੋਗੇ, ਨਾਲੇ ਭੋਜਨ ਵੀ ਛਕ ਲਓਗੇ। ਅੱਧੇ ਕਹਿਣ ਲੱਗੇ ਕਿਹੜੀ ਜੁਗਤੀ ਦੱਸੂਗਾ, ਇਹਦੇ ਕੋਲੇ ਕੀ ਜੁਗਤੀ ਹੈ, ਆਪ ਤਾਂ ਚੱਲਣ ਹਾਰਾ ਹੀ ਹੋਇਆ ਪਿਆ ਹੈ। ਉਹ ਕਈਆਂ ਨੇ ਵਿੱਚ ਕਿਹਾ ਨਹੀਂ ਆਪਣੀ ਜਾਨ ਬਚ ਜੂਗੀ, ਨਹੀਂ ਤਾਂ ਰਾਜਾ ਫਿਰ ਸਾਰਿਆਂ ਨੂੰ ਮਾਰ ਦੂ, ਕੋਲੂ ਚ ਪੀਟ ਦੂਗਾ। ਉਹ ਕਹਿਣ ਲੱਗਾ ਜੁਗਤੀ ਇਹ ਹੈ ਵੀ ਲਾਈਨਾਂ ਲੱਗੀਆਂ ਹੋਈਆਂ ਨੇ, ਇਸ ਤਰ੍ਹਾਂ ਮੈਂ ਤੁਹਾਡੇ ਅੱਗੇ ਬੈਠਾ, ਤੁਸੀਂ ਮੇਰੇ ਅੱਗੇ ਬੈਠੇ ਹੋ, ਤੁਸੀਂ ਭੋਜਨ ਚੱਕ ਕੇ ਮੇਰੇ ਮੂੰਹ ਵਿੱਚ ਪਾ ਦਿਓ, ਮੈਂ ਤੁਹਾਡੇ ਮੂੰਹ ਵਿੱਚ ਪਾ ਦੂੰਗਾ, ਨਾ ਕੂਣੀ ਮੁੜੇ ਤੇ ਨਾ ਰਾਜੇ ਦਾ ਬਚਨ ਹੋਵੇ। ਉਹ ਕਹਿੰਦੇ ਵੀ ਠੀਕ ਹੈ। ਉਹਨਾਂ ਨੇ ਇਸੇ ਤਰ੍ਹਾਂ ਹੀ ਕਰਿਆ। ਉਹ ਜਿਹੜੇ ਇੱਧਰਲੀ ਲਾਈਨ ਵਾਲੇ ਬੈਠੇ ਸੀ ਉਹਨਾਂ ਨੂੰ ਚੱਕ ਕੇ ਪਰਲਿਆਂ ਦੇ ਮੂੰਹ ਵਿੱਚ ਪਾਤਾ, ਪਰਲਿਆਂ ਨੇ ਚੱਕ ਕੇ ਇਹਨਾਂ ਦੀ ਮੂੰਹ ਵਿੱਚ ਪਾਤਾ, ਭੋਜਨ ਛਕ ਲਿਆ। ਰਾਜਾ ਕਹਿਣ ਲੱਗਾ ਤੁਹਾਡੇ ਵਿੱਚ ਕੋਈ ਰੱਬ ਰੰਗੀ ਰੂਹ ਬੈਠੀ ਐਸੀ ਜਿਹਨੇ ਤੁਹਾਨੂੰ ਆ ਜੁਗਤੀ ਦੱਸ ਦਿੱਤੀ। ਇਸ ਕਰਕੇ ਸਾਧੂ ਮਹਾਂਪੁਰਖਾਂ ਕੋਲ ਤਾਂ ਜੁਗਤੀ ਹੁੰਦੀ ਹੈ ਵੀ ਜੇ ਕਿਤੇ ਆਪਾਂ ਕਿਸੇ ਦੇ ਭੋਜਨ ਮੁਖ ਵਿੱਚ ਪਾ ਦਈਏ ਨਾ, ਇਹ ਸਭ ਤੋਂ ਵੱਡਾ ਪੁੰਨ ਹੈ। ਚੱਕ ਕੇ ਨਹੀਂ ਖਾਊ ਤਾਂ ਗਲਾਪੀ, ਪਰ ਇਹ ਹੈ ਜਦੋਂ ਅਸੀਂ ਦਸਬੰਧ ਕੱਢਾਂਗੇ ਗੁਰੂ ਦੇ ਨਾਂ ਤੇ ਭਗਤਾਂ ਦੇ ਨਾਂ ਉੱਤੇ, ਕਹਾਂਗੇ ਸੱਚੇ ਪਾਤਸ਼ਾਹ ਆਹ ਦਸਬੰਧ ਸਾਡਾ ਗੁਰੂ ਘਰ ਦੇ ਵਿੱਚ ਲੱਗ ਜਾਵੇ। ਜਦੋਂ ਦਸਬੰਧ ਲੱਗ ਗਿਆ ਤੇ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, 10 ਗੁਣਾ ਵੱਧ ਕੇ ਦਿੰਦੇ। ਦੇਖੋ ਇਹ ਗੁਰੂ ਘਰ ਦੀ ਐਸੀ ਬੈਂਕ ਹੈ ਜਿੱਥੇ ਤੁਸੀਂ ਜੇ 10 ਰੁਪਏ ਬੀਜੋਗੇ ਨਾ ਤਾਂ 100 ਮਿਲੂਗਾ, ਦੁਆਰੇ 90 ਮਿਲ ਜਾਣਗੇ, 10 ਤੁਹਾਡੇ ਵਾਲੇ ਲੱਗ ਕੇ 100 ਮਿਲ ਜੂਗਾ। ਹੋਰ ਕੋਈ ਬੈਂਕ ਨਹੀਂ ਹੋਣੀ, ਸਰਕਾਰੀ ਨਹੀਂ ਪ੍ਰਾਈਵੇਟ ਕੋਈ ਬੈਂਕ ਨਹੀਂ ਹੋਣੀ ਜਿਹਨਾਂ ਤੋਂ ਇੰਨਾ ਵਿਆਜ ਦੇ ਦੇਵੇ, ਤੇ 70 ਗੁਣਾ ਫਿਰ ਅੱਗੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਿਲਦਾ।
ਜੇ ਕਰਕੇ 31 ਤਰੀਕ ਦੀ ਪੂਰਨਮਾਸ਼ੀ ਹੈ ਭਾਈ, ਉਹਦੇ ਚਾਹ ਦੀ ਲੰਗਰ ਦੀ ਸੇਵਾ ਕਰਨੀ ਹੈ। 1 ਪੈਸਾ ਨਾ ਦਿਓ, ਚਾਹੇ 1 ਪੰਜੀ ਦੀ ਨਹੀਂ ਲੋੜ, ਬਸ 1 ਚਾਹ ਦੇ ਲੰਗਰ ਦੀ ਸੇਵਾ ਤੇ ਸੰਗਤ ਬਾਤ ਤੇ ਪਾਠ ਹੋਊਗਾ ਤੇ ਸੁਖਮਨੀ ਸਾਹਿਬ ਦਾ ਭਗਤਾਂ ਨੂੰ ਯਾਦ ਕਰ ਲਾਂਗੇ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਆਓ ਸਾਰੇ ਜੁੜੇ ਨਾ ਸਾਦੀ ਬਣੇ ਵੀ। ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਜੋ ਬੜੇ ਪਿਆਰ ਵਿੱਚ ਆ ਕੇ ਅੰਮ੍ਰਿਤ ਵੇਲੇ ਜੁੜਦੇ ਹੋ। ਸਤਿਗੁਰੂ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਰਾਮਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ। ਸਤਿਗੁਰੂ